ਅਕਾਲੀ ਦਲ ਦੇ ਪ੍ਰਚਾਰ ਦਾ ਬਜਟ ਇੱਕ ਪਾਸੇ, ਮੈਂ ਅਕਾਲੀ ਦਲ ਵਾਲਿਆਂ ਨੂੰ ਦੇਖਦਾ, ਮੈਂ ਕੋਈ ਸੋਸ਼ਲ ਮੀਡੀਆ ਲਾ ਲਾਂ ਅਕਾਲੀ ਦਲ ਦਾ ਇਸ਼ਤਿਹਾਰ ਨਾਲ ਹੀ ਆ ਜਾਂਦਾ। ਬਹੁਤ ਮਹਿੰਗੇ ਇਸ਼ਤਿਹਾਰ ਖਰੀਦੇ ਹੋਣੇ ਨੇ ਅਖਬਾਰਾਂ 'ਚ, ਚੈਨਲਾਂ 'ਚ, ਵੈਬਸਾਈਟਾਂ 'ਤੇ। ਅਮੀਰ ਪਾਰਟੀ ਅਕਾਲੀ ਦਲ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ। ਮੈਂ ਦੇਖੋ ਐਵੇਂ ਉਹ ਇਸ ਵੇਲੇ ਕ੍ਰੋਕੋਡਾਈਲ ਟੀਅਰਸ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ। ਪਤਾ ਨਹੀਂ ਕਾਹਦੇ ਲਈ ਮਾਰਚ ਪਾਸਟ ਕਰ ਰਹੇ ਹੈਗੇ ਨੇ। ਬਾਦਲ ਸਾਹਿਬ MLA ਨੇ, ਲੰਬੀ ਤੋਂ 64 ਹਲਕਿਆਂ ਦੀ ਸੂਚੀ ਜਿਹੜੀ ਜਾਰੀ ਹੋਈ ਆ ਉਹ 'ਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਨਾਂ ਨਹੀਂ ਪਾਇਆ ਅਕਾਲੀ ਦਲ ਨੇ। ਮੈਨੂੰ ਡਰ ਹੈ ਕਿਤੇ ਅਕਾਲੀ ਦਲ ਵਾਲੇ ਐਤਕੀ ਕਿਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਟਿਕਟ ਨਾ ਕੱਟ ਦੇਣ। ਫਿਰ ਉਹ ਵੀਡੀਓ ਕਿਹੜੀਆਂ ਸੀ ਜਿਹ 'ਚ ਬੀਬਾ ਹਰਸਿਮਰਤ ਕੌਰ ਬਾਦਲ ਸਮਰਥਨ ਕਰੀ ਜਾਂਦੇ ਸੀ, ਸੁਖਬੀਰ ਬਾਦਲ ਸਮਰਥਨ ਕਰੀ ਜਾਂਦੇ ਸੀ, ਪ੍ਰਕਾਸ਼ ਸਿੰਘ ਬਾਦਲ ਬਜ਼ੁਰਗ ਬੜੇ ਆਦਰਯੋਗ ਸਮਰਥਨ ਕਰੀ ਜਾਂਦੇ ਸੀ, ਤੇ ਹੁਣ ਵਿਰੋਧ ਕਰੀ ਜਾਂਦੇ ਨੇ। ਬਹੁਤ ਵਾਰੀ ਦਿੱਲੀ ਦੀ ਵਿਧਾਨ ਸਭਾ ਕੋਈ ਕਾਨੂੰਨ ਬਣਾਉਂਦੀ ਆ, ਉਹ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਂਦਾ। ਜਨ ਲੋਕਪਾਲ ਹੀ ਲੈ ਲਓ, ਮੈਨੂੰ ਨਹੀਂ ਲੱਗਦਾ ਦਿੱਲੀ 'ਚ ਜਨ ਲੋਕਪਾਲ ਲਾਗੂ ਹੋ ਗਿਆ। ਸ਼ੁਰੂ ਹੀ ਆਮ ਆਦਮੀ ਪਾਰਟੀ ਜਨ ਲੋਕਪਾਲ ਤੋਂ ਹੋਈ ਸੀ। ਅਕਾਲੀ ਦਲ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲੈ ਕੇ ਦਿੱਲੀ ਤੱਕ ਪਹੁੰਚਿਆ, ਪਰ ਜਿਹੜਾ ਪੰਜਾਬ 'ਚ ਇਹਨਾਂ ਨੇ ਇੱਕ ਖੇਤੀ ਕਾਨੂੰਨ ਬਣਾਇਆ ਸੀ ਜਿਹਦੀ ਤਰਜ਼ ਤੇ ਮੋਦੀ ਸਾਹਿਬ ਦੀ ਸਰਕਾਰ ਨੇ ਵੀ ਜਿਹੜੇ 3 ਕਾਨੂੰਨ ਬਣਾਏ ਨੇ ਉਹਨਾਂ 'ਚੋਂ ਇੱਕ ਹੈ। ਅਗਰ ਰਾਘਵ ਚੱਡਾ ਬੀਬੀ ਰਾਖੀ ਸਾਵੰਤ ਦਾ ਨਾਮ ਨਾ ਵਰਤਦੇ ਤਾਂ ਬੜਾ ਚੰਗਾ ਰਹਿਣਾ ਸੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲਾਈਵ ਕੱਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਖਾਸ ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਵੀ ਚਰਚਾ ਖਾਸ ਮਸਲਿਆਂ ਦੇ ਉੱਤੇ ਕਰਾਂਗੇ। ਟਵੀਟਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਵਾਰ ਦੀ ਸ਼ੁਰੂਆਤ ਹੋਈ ਹੈ। ਰਾਘਵ ਚੱਡਾ ਨਵਜੋਤ ਸਿੰਘ ਸਿੱਧੂ ਨੂੰ ਸੰਬੋਧਨ ਕਰਦੇ ਨੇ ਤੇ ਵਿਅੰਗਮਈ ਤਰੀਕੇ ਦੇ ਨਾਲ ਰਾਖੀ ਸਾਵੰਤ ਦਾ ਨਾਮ ਲਿਖ ਦਿੰਦੇ ਨੇ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਸ ਟਵੀਟ ਦਾ ਜਵਾਬ ਦਿੰਦੇ ਨੇ। ਉਸ ਦੇ ਉੱਤੇ ਗੱਲਬਾਤ ਰਹੇਗੀ ਤੇ ਗੱਲ ਸੁਖਬੀਰ ਸਿੰਘ ਬਾਦਲ ਹੋਣਾ ਦੀ ਦਿੱਲੀ ਰੈਲੀ ਦੇ ਉੱਤੇ ਵੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਪ੍ਰਭਾਵ ਉਸ ਰੈਲੀ ਨੇ ਛੱਡਿਆ ਹੈ। ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਮੋਹਾਲੀ 'ਚ 19 ਸਤੰਬਰ ਨੂੰ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ। ਇਸ ਦੇ ਉੱਤੇ ਵੀ ਟਿੱਪਣੀ ਡੱਲਾ ਸਾਹਿਬ ਤੋਂ ਲਵਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਾਂਗੇ। ਡੱਲਾ ਸਵਾਗਤ ਹੈ। ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਡੱਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਟਵੀਟ ਵਾਰ ਦੇ ਵੱਲ ਵਧੀਏ। ਜਿਸ ਹਿਸਾਬ ਦੇ ਨਾਲ ਟਵੀਟ ਹੋਣ ਲੱਗੇ ਨੇ, ਪਹਿਲਾਂ ਤਾਂ ਰਾਘਵ ਚੱਡਾ ਦਾ ਜੋ ਟਵੀਟ ਆਇਆ ਉਹਨੂੰ ਕਿੱਦਾਂ ਵੇਖਦੇ ਹੋ? ਰਾਖੀ ਸਾਵੰਤ ਨੂੰ ਸੰਬੋਧਨ ਕੀਤਾ ਹੈ ਤੇ ਵਿਅੰਗ ਜਿਹੜਾ ਨਵਜੋਤ ਸਿੰਘ ਸਿੱਧੂ ਤੇ ਕੱਸਿਆ ਗਿਆ ਹੈ, ਇਸ ਸਾਰੇ ਟਵੀਟ ਦੇ ਆਧਾਰ ਨੂੰ ਕਿੱਦਾਂ ਵੇਖਦੇ ਹੋ? ਦੇਖੋ, ਮੈਨੂੰ ਇਹ ਲੱਗਦਾ ਕਿ ਰਾਘਵ ਚੱਡਾ ਹੁਣੀ ਬੜੇ ਨੌਜਵਾਨ ਵਿਧਾਇਕ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ। ਅਗਰ ਰਾਘਵ ਚੱਡਾ ਬੀਬੀ ਰਾਖੀ ਸਾਵੰਤ ਦਾ ਨਾਮ ਨਾ ਵਰਤਦੇ ਤਾਂ ਬੜਾ ਚੰਗਾ ਰਹਿਣਾ ਸੀ। ਦੇਖੋ, ਕਿਸੇ ਵੀ ਮਸਲੇ ਦੇ ਵਿੱਚ ਭਾਵੇਂ ਉਹ ਸਿਆਸੀ ਜਵਾਬ ਦੇਣਾ ਹੈ, ਭਾਵੇਂ ਕਿਸੇ ਤੇ ਸਿਆਸੀ ਅਟੈਕ ਕਰਨਾ ਹੈ, ਸਿਆਸੀ ਲੀਡਰ ਜਿਵੇਂ ਕਰਦੇ ਨੇ, ਕਿਸੇ ਵੀ ਸਨਮਾਨਯੋਗ ਔਰਤ ਦਾ ਨਾਮ ਰੈਫਰੈਂਸ ਦੇ ਤੌਰ ਤੇ ਨਹੀਂ ਵਰਤਿਆ ਜਾਣਾ ਚਾਹੀਦਾ ਸੀ। ਮੈਨੂੰ ਤਾਂ ਇਹ ਲੱਗਦਾ ਗਗਨ ਕਿ ਰਾਘਵ ਚੱਡਾ ਉਹਨਾਂ ਨੂੰ ਜ਼ਰੂਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਅੱਜ ਸਮਝਾਇਆ ਹੋਣਾ, ਕੱਲ੍ਹ ਸਮਝਾਇਆ ਹੋਣਾ, ਭਾਵੇਂ ਉਹਦੇ 'ਚ ਰਾਘਵ ਚੱਡਾ ਜੀ ਦੇ ਮਾਤਾ ਪਿਤਾ ਹੋ ਗਏ, ਭਾਵੇਂ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ, ਉਹਨਾਂ ਨੇ ਸਮਝਾਇਆ ਹੋਣਾ। ਦੇਖੋ, ਰਾਘਵ ਚੱਡਾ ਦੀ ਉਮਰ ਜ਼ਿਆਦਾ ਨਹੀਂ। ਜਦੋਂ ਕਈ ਵਾਰੀ ਜਿਹੜੇ ਸਾਡੇ ਨੌਜਵਾਨ ਲੀਡਰ ਨੇ ਉਮਰ ਜ਼ਿਆਦਾ ਨਹੀਂ ਹੁੰਦੀ, ਕਈ ਵਾਰੀ ਜੋਸ਼ 'ਚ ਆ ਕੇ, ਇਮੋਸ਼ਨਲ ਹੋ ਕੇ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਤੈਸ਼ 'ਚ ਆ ਕੇ ਅਜਿਹੇ ਬਿਆਨ ਦੇ ਜਾਂਦੇ ਨੇ ਕਈ ਵਾਰੀ ਸਾਡੇ ਨੌਜਵਾਨ ਲੀਡਰ। ਪਰ ਮੈਂ ਇਹ ਚਾਹੁੰਦਾ, ਦੇਖੋ, ਰਾਘਵ ਚੱਡਾ ਜੀ ਨੂੰ ਜ਼ਰੂਰ ਇਹਦੇ ਲਈ ਮਾफ़ੀ ਮੰਗ ਲੈਣੀ ਚਾਹੀਦੀ ਹੈ ਕਿ ਮੈਂ ਬੀਬੀ ਰਾਖੀ ਸਾਵੰਤ ਉਹਨਾਂ ਦਾ ਨਾਮ ਮੈਨੂੰ ਨਹੀਂ ਵਰਤਣਾ ਚਾਹੀਦਾ ਸੀ। ਮਾफ़ੀ ਮੰਗ ਲੈਣ, ਗੱਲ ਖ਼ਤਮ ਹੋ ਜਾਏਗੀ। ਕਿਸੇ ਵੀ ਔਰਤ ਨੂੰ ਇਸ ਤਰੀਕੇ ਨਾਲ ਸਿਆਸਤ ਦੇ ਵਿੱਚ ਨਾਮ ਵਰਤ ਕੇ ਤੁਲਨਾ ਕਰਨਾ, ਦੇਖੋ, ਬੀਬੀ ਰਾਖੀ ਸਾਵੰਤ ਬੜੀ ਸਨਮਾਨਯੋਗ ਹੈ। ਉਹਨਾਂ ਦੀ ਆਪਣੀ ਜ਼ਿੰਦਗੀ ਹੈ, ਆਪਣਾ ਉਹਨਾਂ ਦਾ ਪੇਸ਼ਾ ਕਾਰੋਬਾਰ ਹੈ, ਆਪਣੇ ਦਮ 'ਤੇ ਉਹ ਆਪਣੀ ਜ਼ਿੰਦਗੀ ਜਿਉਂਦੇ ਨੇ। ਬਹੁਤ ਸਾਰੇ ਲੋਕਾਂ ਲਈ ਬੀਬੀ ਰਾਖੀ ਸਾਵੰਤ ਵੀ ਰੋਲ ਮਾਡਲ ਹੈ। ਸੰਘਰਸ਼ ਦੀ ਉਹਨਾਂ ਦੀ ਆਪਣੀ ਕਹਾਣੀ ਹੈ। ਔਰ ਜਿੱਥੋਂ ਤੱਕ ਗੱਲ ਰਹਿ ਗਈ ਨਵਜੋਤ ਸਿੰਘ ਸਿੱਧੂ ਹੋਣਾ ਦੀ, ਅਸਲ 'ਚ ਮੈਨੂੰ ਇਹ ਲੱਗਦਾ ਹੈ ਕਿ ਰਾਘਵ ਚੱਡਾ ਸਾਹਿਬ, ਕਿਉਂਕਿ ਉਹ ਪਹਿਲੀ ਵਾਰੀ ਮੇਰਾ ਖਿਆਲ MLA ਬਣੇ ਨੇ, ਹੌਲੀ ਹੌਲੀ ਤਜਰਬਾ ਆਊਗਾ ਰਾਘਵ ਚੱਡਾ ਜੀ ਨੂੰ। ਹਜੇ ਉਮਰ ਛੋਟੀ ਹੈ, ਹੌਲੀ ਹੌਲੀ ਜ਼ਿੰਦਗੀ ਦੀ ਜਾਂਚ ਆਊਗੀ ਕਿ ਜਿਹੜੇ ਵੱਡੇ ਪੋਲੀਟੀਕਲ ਲੀਡਰ ਨੇ, ਦੇਖੋ ਹੁਣ ਨਵਜੋਤ ਸਿੰਘ ਸਿੱਧੂ ਦਾ ਪੋਲੀਟੀਕਲ ਤਜਰਬਾ ਤਾਂ ਅਰਵਿੰਦ ਕੇਜਰੀਵਾਲ ਤੋਂ ਵੀ ਕਿਤੇ ਜ਼ਿਆਦਾ। ਅਰਵਿੰਦ ਕੇਜਰੀਵਾਲ ਹੋਣੀ ਮੇਰਾ ਖਿਆਲ ਹੈ ਤੀਜੀ ਵਾਰ ਵਿਧਾਇਕ ਬਣੇ ਨੇ
ਜਿੱਥੇ ਤੱਕ ਮੈਨੂੰ ਯਾਦ ਹੈ। ਔਰ ਨਵਜੋਤ ਸਿੰਘ ਸਿੱਧੂ ਹੋਰੀ 4 ਵਾਰ MP ਰਹਿ ਚੁੱਕੇ, MLA ਮੰਤਰੀ ਰਹਿ ਚੁੱਕੇ। ਸੋ ਇਸ ਕਰਕੇ ਰਾਘਵ ਚੱਡਾ ਜੀ ਨੂੰ ਹਜੇ ਨਵਜੋਤ ਸਿੰਘ ਸਿੱਧੂ ਉਹਨਾਂ ਬਾਰੇ ਜ਼ਿਆਦਾ ਚੰਗੀ ਤਰ੍ਹਾਂ ਮੈਨੂੰ ਲੱਗਦਾ ਜਾਣਕਾਰੀ ਨਹੀਂ ਹੋਣੀ। ਹੁਣ ਉਹਦੇ ਲਈ ਇੱਕ ਸਲਾਹ ਹੈ ਰਾਘਵ ਚੱਡਾ ਜੀ ਨੂੰ, ਨਵਜੋਤ ਸਿੰਘ ਸਿੱਧੂ ਉਹਨਾਂ ਬਾਰੇ ਥੋੜ੍ਹੀ ਜਿਹੀ ਉਹ ਖੋਜ ਕਰਨ, ਜਾਣਕਾਰੀ ਹਾਸਲ ਕਰਨ। ਕਦੋਂ ਮੈਨੂੰ ਤਾਂ ਇਹ ਲੱਗਦਾ ਜਦੋਂ ਨਵਜੋਤ ਸਿੰਘ ਸਿੱਧੂ ਜੀ ਕ੍ਰਿਕਟ ਖੇਡਦੇ ਹੋਣਗੇ, ਰਾਘਵ ਚੱਡਾ ਜੀ ਉਹਨਾਂ ਦਿਨਾਂ ਦੇ ਵਿੱਚ ਨਿਸ਼ਚਿਤ ਤੌਰ 'ਤੇ ਗਗਨ ਜੀ ਸਕੂਲ 'ਚ ਹੋਣਗੇ। ਹੁਣ ਮੈਨੂੰ ਇਹ ਨਹੀਂ ਪਤਾ ਉਦੋਂ ਰਾਘਵ ਚੱਡਾ ਜੀ ਨਵਜੋਤ ਸਿੰਘ ਸਿੱਧੂ ਦੇ ਫੈਨ ਸੀਗੇ ਜਾਂ ਨਹੀਂ ਸੀਗੇ, ਪਰ ਉਦੋਂ ਰਾਘਵ ਚੱਡਾ ਜੀ ਦੀ ਉਮਰ ਬੜੀ ਛੋਟੀ ਹੋਣੀ ਹੈ। ਸੋ ਮੈਂ ਰਾਘਵ ਚੱਡਾ ਜੀ ਉਹਨਾਂ ਦਾ ਬਹੁਤੀ ਵਾਰੀ, ਕਦੀ ਮੈਂ ਤੁਹਾਨੂੰ ਸੱਚੀ ਕਹਾਂ ਬਹੁਤੀ ਵਾਰੀ ਨਹੀਂ ਸੁਣਿਆ ਉਹਨਾਂ ਨੂੰ, ਮੈਂ ਇੱਕ ਅੱਧੀ ਵਾਰੀ ਪ੍ਰੈਸ ਕਾਨਫਰੰਸ 'ਚ ਗੱਲ ਉਹਨਾਂ ਦੀ ਸੁਣੀ ਹੈ। ਸੂਝਵਾਨ ਨੇ, ਪਰ ਕਈ ਵਾਰੀ ਗਲਤੀ ਹੋ ਜਾਂਦੀ ਹੈ ਕਿਉਂਕਿ ਮੈਂ ਇਸ ਗੱਲ ਨੂੰ ਜ਼ਿਆਦਾ ਇਸ ਕਰਕੇ ਨਹੀਂ ਖਿੱਚਦਾ ਕਿ ਉਹ ਗਲਤੀ ਕਰ ਗਏ, ਭਾਵੇਂ ਉਹਨਾਂ ਦੀ ਇਹ ਮਨਸ਼ਾ ਨਾ ਕਹਿਣ ਦੀ ਹੋਵੇ। ਪਰ ਸਿੱਧੂ ਸਾਹਿਬ ਨੇ ਸਵਾਲ ਖੜਾ ਕੀਤਾ, ਉਹ ਸਵਾਲ ਬੜਾ ਅਹਿਮ ਹੈ। ਉਹ ਸਵਾਲ ਇਹ ਹੈ ਕਿ ਕੀ ਦਿੱਲੀ 'ਚ ਕੋਈ ਕਾਨੂੰਨ ਨੋਟੀਫਾਈ ਹੋਇਆ ਸੀ? ਜੇ ਹੋਇਆ ਸੀ ਤਾਂ ਕੀ ਉਹਨੂੰ ਡੀ-ਨੋਟੀਫਾਈ ਕਰ ਦਿੱਤਾ ਗਿਆ? ਇਹਦੀ ਜਾਣਕਾਰੀ ਦੇ ਦੇਣ। ਅਗਰ ਨਹੀਂ ਨੋਟੀਫਾਈ ਹੋਇਆ, ਉਹਦੇ ਬਾਰੇ ਕਹਿ ਦੇਣ ਵੀ ਕੋਈ ਨੋਟੀਫਾਈ ਨਹੀਂ ਹੋਇਆ। ਉਂਝ ਦਿੱਲੀ ਦੀ ਵਿਧਾਨ ਸਭਾ ਮੈਂ ਕਹਿੰਦਾ ਹੁੰਦਾ ਗਗਨ ਬਹੁਤ ਛੋਟੀ ਵਿਧਾਨ ਸਭਾ ਹੈ। ਮੈਂ ਦਿੱਲੀ ਨੂੰ ਸੂਬਾ ਨਹੀਂ ਸੂਬੀ ਕਹਿੰਦਾ, ਸੂਬੀ ਮੈਂ ਇੱਜ਼ਤ ਨਾਲ ਕਹਿੰਦਾ। ਛੋਟੀ ਚੀਜ਼ ਨੂੰ ਆਪਾਂ ਸੂਬੀ ਕਹਿ ਦਿੰਦੇ ਹਾਂ ਨਾ, ਜਿਵੇਂ ਸੂਆ ਹੁੰਦਾ, ਇੱਕ ਸੂਈ ਹੁੰਦੀ ਆਪਣੇ, ਹਾਂਜੀ। ਤੇ ਇਸੇ ਤਰ੍ਹਾਂ ਅਗਰ ਦੇਖੋ ਦਿੱਲੀ ਦੀ ਵਿਧਾਨ ਸਭਾ ਕੋਲੇ ਖੁਦ ਕਾਨੂੰਨ ਪਾਸ ਕਰਨ ਦਾ ਅਧਿਕਾਰ ਨਹੀਂ। ਬਹੁਤ ਵਾਰੀ ਦਿੱਲੀ ਦੀ ਵਿਧਾਨ ਸਭਾ ਕੋਈ ਕਾਨੂੰਨ ਬਣਾਉਂਦੀ ਆ, ਉਹ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਂਦਾ। ਜਨ ਲੋਕਪਾਲ ਹੀ ਲੈ ਲਓ, ਮੈਨੂੰ ਨਹੀਂ ਲੱਗਦਾ ਦਿੱਲੀ 'ਚ ਜਨ ਲੋਕਪਾਲ ਲਾਗੂ ਹੋ ਗਿਆ। ਸ਼ੁਰੂ ਹੀ ਆਮ ਆਦਮੀ ਪਾਰਟੀ ਜਨ ਲੋਕਪਾਲ ਤੋਂ ਹੋਈ ਸੀ। ਹੁਣ ਅਗਰ ਦਿੱਲੀ ਦੀ ਸਰਕਾਰ ਨੂੰ ਖੁਦ ਨੋਟੀਫਾਈ ਕਰਨ ਦੀ ਜ਼ਰੂਰਤ ਹੀ ਨਹੀਂ, ਉਹ ਆਪਣੇ ਆਪ ਹੀ ਕੇਂਦਰ ਦਾ ਕੋਈ ਕਾਨੂੰਨ ਨੋਟੀਫਾਈ ਹੋ ਜਾਣਾ, ਇਹਦਾ ਮਤਲਬ ਆ ਉਹ 'ਚ ਦਿੱਲੀ ਦੀ ਸਰਕਾਰ ਦਾ ਫਿਰ ਕੋਈ ਯੋਗਦਾਨ ਨਹੀਂ। ਉਹ ਤਾਂ ਫਿਰ ਸੁਪਰੀਮ ਕੋਰਟ ਨੇ ਰੋਕ ਲਾਈ ਹੋਈ ਹੈ। ਇਹਦਾ ਮਤਲਬ ਹੈ ਜਦ ਤੱਕ ਸੁਪਰੀਮ ਕੋਰਟ ਨੇ ਰੋਕ ਨਹੀਂ ਸੀ ਲਾਈ, ਫਿਰ ਉਹ ਕਾਨੂੰਨ ਦਿੱਲੀ ਦੇ ਵਿੱਚ ਵੀ ਲਾਗੂ ਸੀ। ਦੇਖੋ ਇਹ ਸਵਾਲ ਬੜੇ ਗਹਿਰੇ ਨੇ, ਜਿਨ੍ਹਾਂ 'ਤੇ ਸਾਰੇ ਤੱਥ ਆਮ ਆਦਮੀ ਪਾਰਟੀ ਨੂੰ ਦੱਸਣੇ ਚਾਹੀਦੇ। ਟਰਾਂਸਪੇਰੈਂਸੀ ਹੈ, ਅੱਜ ਕੱਲ੍ਹ ਲੁਕੋ ਕੇ ਕੁਛ ਨਹੀਂ ਚੱਲ ਸਕਦੇ। ਸ਼ੀਸ਼ੇ ਦੀ ਤਰ੍ਹਾਂ ਪੋਲੀਟੀਕਲ ਕਿਰਦਾਰ ਸਾਫ਼ ਹੋਣਾ ਚਾਹੀਦਾ। ਜਿਵੇਂ ਨਵਜੋਤ ਸਿੰਘ ਸਿੱਧੂ ਪੂਰਾ ਸਾਫ਼ ਹੈ। ਹੁਣ ਇਹਦੇ 'ਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਜਿਹੜਾ ਜਵਾਬ ਮੰਗਿਆ, ਉਹ ਜ਼ਰੂਰ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ। ਸਿਹਤਮੰਦ ਸਿਆਸਤ ਇਹੀ ਹੁੰਦੀ ਹੈ। ਦੂਸਰਾ, ਰਾਘਵ ਚੱਡਾ ਜੀ ਬਾਰੇ ਬਹੁਤ ਸਾਰੀਆਂ ਸਾਡੀਆਂ ਸਨਮਾਨਯੋਗ ਔਰਤਾਂ ਨੇ ਉਹਨਾਂ ਦੇ ਟਵੀਟ 'ਤੇ ਜਵਾਬ ਦਿੱਤਾ। ਮੈਨੂੰ ਲੱਗਦਾ ਉਹ ਰਾਘਵ ਚੱਡਾ ਜੀ ਨੇ ਜ਼ਰੂਰ ਪੜ੍ਹ ਲਏ ਹੋਣਗੇ, ਅਤੇ ਹੋ ਸਕਦਾ ਰਾਘਵ ਚੱਡਾ ਜੀ ਆਪਣਾ ਉਹ ਵਿਵਾਦਿਤ ਟਵੀਟ ਹੈ ਉਹਨੂੰ ਡਿਲੀਟ ਹੀ ਕਰ ਦੇਣ। ਡਿਲੀਟ ਕਰਕੇ 5 ਸ਼ਬਦ ਲਿਖਣੇ ਹੁੰਦੇ SORRY, ਅਤੇ ਉਹਦੇ ਨਾਲ ਅਗਰ ਕਿਸੇ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਨੇ ਤਾਂ ਉਹਨੂੰ ਇੱਕ ਸੰਤੁਸ਼ਟੀ ਮਿਲਦੀ ਹੈ ਵੀ ਚਲੋ ਕਿਸੇ ਵਿਅਕਤੀ ਨੇ ਗਲਤੀ ਨਾਲ ਲਿਖਤਾ ਅਤੇ ਭੁੱਲ ਸੁਧਾਰ ਕਰ ਲਈ। ਸੋ ਰਾਘਵ ਚੱਡਾ ਜੀ ਨੂੰ ਤਾਂ ਇਹੀ ਸਲਾਹ ਹੈ। ਬਾਕੀ ਉਹ ਬੜੇ ਸਤਿਕਾਰਯੋਗ ਨੇ, ਖੁਦ MLA ਨੇ, ਉਹ ਤਾਂ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਪੋਲੀਟੀਕਲ ਮਰਿਆਦਾ। ਤੇ ਡਾਕਟਰ ਸਾਹਿਬ ਉਧਰ ਜਿਸ ਹਿਸਾਬ ਦੇ ਨਾਲ ਜਿਸ ਟਵੀਟ ਦੇ ਉੱਤੋਂ ਰੌਲਾ ਪਿਆ ਹੈ, ਜਿਸ ਹਿਸਾਬ ਦੇ ਨਾਲ ਕੇਜਰੀਵਾਲ ਸਾਹਿਬ ਤੋਂ ਜਵਾਬ ਮੰਗਿਆ ਨਵਜੋਤ ਸਿੰਘ ਸਿੱਧੂ ਹੋਣਾ ਨੇ ਅਕਾਲੀ ਦਲ ਨੂੰ ਲੈ ਕੇ ਵੀ ਇਹ ਟਵੀਟ ਕੀਤਾ ਹੈ। ਇਹਨਾਂ ਟਵੀਟਾਂ ਦੇ ਵਿੱਚ ਸਵਾਲ ਉਹੀ ਨੇ, ਅਰਵਿੰਦ ਕੇਜਰੀਵਾਲ ਹੋਣਾ ਨੂੰ ਪੁੱਛਿਆ ਗਿਆ ਕਿ ਜਿਹੜੇ ਇੱਕ ਨੋਟੀਫਾਈ ਕਰਨ ਦੀ ਗੱਲ ਆਉਂਦੀ ਹੈ ਕਾਨੂੰਨ, ਉਸ ਦੇ ਉੱਤੇ ਕੀ ਸਟੈਂਡ ਹੈ, ਤੇ ਅਕਾਲੀ ਦਲ ਉਹਨਾਂ ਦੀ ਸਰਕਾਰ ਦੇ ਦਰਮਿਆਨ ਜੋ ਕੁਝ ਹੋਇਆ ਉਸ ਦੇ ਉੱਤੇ ਜਵਾਬ ਮੰਗਿਆ। ਜਵਾਬ ਉਸ ਦੇ ਉੱਤੇ ਹਜੇ ਤੱਕ ਵੀ ਨਹੀਂ ਆਇਆ। ਦੇਖੋ ਉਹ ਤਾਂ ਗੱਲ ਚਲੋ ਮੈਂ ਕੀਤੀ ਹੋਈ ਹੈ ਦਿੱਲੀ ਦੀ ਸਰਕਾਰ ਵਾਲੀ। ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਇੱਕ ਖੇਤੀ ਕਾਨੂੰਨ ਬਣਿਆ ਸੀ। ਅਕਾਲੀ ਦਲ ਵਾਲੇ ਕਹਿੰਦੇ ਕਿ ਉਹ ਖੇਤੀ ਕਾਨੂੰਨ ਅਸੀਂ ਵਿਦ ਹੋਲਡ ਕਰ ਲਿਆ। ਮੈਂ ਦਲਜੀਤ ਸਿੰਘ ਚੀਮਾ ਉਹਨਾਂ ਦੀ ਗੱਲ ਸੁਣ ਰਿਹਾ ਸੀ। ਪਰ ਸਵਾਲ ਇਹ ਬਹੁਤ ਵੱਡਾ ਹੈ, ਜਿਹੜਾ ਕਾਨੂੰਨ ਪੰਜਾਬ ਦੀ ਵਿਧਾਨ ਸਭਾ 'ਚ ਪਾਸ ਹੋ ਗਿਆ, ਔਰ ਜਦੋਂ ਇਹ ਕਾਨੂੰਨ ਪਾਸ ਹੋਇਆ ਇਹਨੂੰ ਰੱਦ ਕਰਨ ਦੀ ਮੰਗ ਵੀ ਕਈ ਵਾਰ ਹੋਈ। ਇਸ ਮਸਲੇ 'ਤੇ ਕਈ ਵਾਰੀ ਵਾਕਆਊਟ ਹੋਏ, ਜਿਵੇਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਦੱਸਿਆ ਕਿ ਸੁਨੀਲ ਜਾਖੜ ਉਹਨਾਂ ਨੇ ਵੀ ਵਾਕਆਊਟ ਕੀਤਾ ਸੀ ਇਸ ਮਸਲੇ 'ਤੇ ਵਿਧਾਨ ਸਭਾ ਸੈਸ਼ਨ 'ਤੇ। ਹੁਣ ਸਵਾਲ ਇਹ ਵੱਡਾ ਹੈ, ਨਵਜੋਤ ਸਿੰਘ ਸਿੱਧੂ ਉਹਨਾਂ ਨੇ ਜਿਹੜਾ ਪੁੱਛਿਆ ਅਕਾਲੀ ਦਲ ਤੋਂ ਕਿ ਤੁਸੀਂ ਇੱਕ ਖੇਤੀ ਕਾਨੂੰਨ ਜਿਹੜਾ ਪਾਸ ਕੀਤਾ ਸੀ, ਤੁਸੀਂ ਕਹਿੰਦੇ ਉਹ ਲਾਗੂ ਨਹੀਂ ਹੋਇਆ, ਪਰ ਉਹ ਰੱਦ ਨਹੀਂ ਹੋਇਆ, ਉਹ ਨੋਟੀਫਾਈਡ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ। ਜਿਹੜਾ ਕਾਨੂੰਨ ਇੱਕ ਵਾਰੀ ਨੋਟੀਫਾਈ ਹੋ ਜੇ, ਉਹਨੂੰ ਅਗਰ ਡੀ-ਨੋਟੀਫਾਈ ਕਰਨਾ ਤਾਂ ਉਹਨੂੰ ਰੱਦ ਮੰਨਾਂਗੇ। ਹੁਣ ਗੱਲ ਬੜੀ ਵਿਚਿੱਤਰ ਹੈ। ਅਕਾਲੀ ਦਲ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲੈ ਕੇ ਦਿੱਲੀ ਤੱਕ ਪਹੁੰਚਿਆ।
ਪਰ ਜਿਹੜਾ ਪੰਜਾਬ 'ਚ ਇਹਨਾਂ ਨੇ ਇੱਕ ਖੇਤੀ ਕਾਨੂੰਨ ਬਣਾਇਆ ਸੀ, ਜਿਹਦੀ ਤਰਜ਼ ਤੇ ਮੋਦੀ ਸਾਹਿਬ ਦੀ ਸਰਕਾਰ ਨੇ ਵੀ ਜਿਹੜੇ 3 ਕਾਨੂੰਨ ਬਣਾਏ ਨੇ ਉਹਨਾਂ 'ਚੋਂ ਇੱਕ ਹੈ। ਮਤਲਬ ਜਿਹੋ ਜਿਹਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਇੱਕ ਖੇਤੀ ਕਾਨੂੰਨ ਬਣਾਇਆ ਸੀ ਪੰਜਾਬ 'ਚ, ਇੱਕ ਤਾਂ ਉਹ ਇਹਨਾਂ 3 ਖੇਤੀ ਕਾਨੂੰਨਾਂ 'ਚ ਮਿਲਦਾ ਜੁਲਦਾ ਜਿਹੜਾ ਕੇਂਦਰ ਨੇ ਬਣਾਇਆ। ਔਰ ਮੰਨਿਆ ਜਾਂਦਾ ਹੈ, ਜਿਵੇਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਉਦੋਂ ਦੱਸਿਆ ਕਿ ਕੇਂਦਰ ਨਾਲ ਸਲਾਹ ਮਸ਼ਵਰੇ ਨਾਲ ਅਕਾਲੀ ਦਲ ਨਾਲ ਕੇਂਦਰ ਨੇ ਉਹ ਬਣਾਇਆ ਹੋ ਸਕਦਾ ਹੈ। ਇਹਦੇ ਤੇ ਕੇਂਦਰ ਵੀ ਜਵਾਬ ਦੇਵੇ, ਅਕਾਲੀ ਦਲ ਵੀ ਜਵਾਬ ਦੇਵੇ। ਦੇਖੋ ਡੈਮੋਕ੍ਰੇਸੀ ਹੈ, ਲੋਕ ਸਵਾਲ ਪੁੱਛ ਸਕਦੇ ਨੇ ਇੱਕ ਦੂਸਰੇ ਤੋਂ। ਹੁਣ ਉਹ ਪੰਜਾਬ 'ਚ ਅੱਜ ਵੀ ਪੰਜਾਬ ਦੀ ਵਿਧਾਨ ਸਭਾ 'ਚ ਉਹ ਅਕਾਲੀ ਦਲ ਦੇ ਰਾਜ ਵੇਲੇ ਬਣਾਇਆ ਗਿਆ ਕਾਨੂੰਨ ਰੱਦ ਨਹੀਂ ਕੀਤਾ ਗਿਆ। ਔਰ ਉਸ ਕਾਨੂੰਨ ਬਣਨ ਤੋਂ ਬਾਅਦ ਇੱਕ ਕਮਿਸ਼ਨ ਬਣਾਇਆ ਜਾਣਾ ਸੀ, ਜਿੱਥੋਂ ਤੱਕ ਮੇਰੀ ਜਾਣਕਾਰੀ ਆ। ਹੋ ਸਕਦਾ ਹੈ ਮੇਰੀ ਜਾਣਕਾਰੀ ਨੂੰ ਹੋਰ ਦਰੁਸਤ ਕਰਨ ਦੀ ਜ਼ਰੂਰਤ ਹੋਵੇ। ਜਿੰਨਾ ਕੁ ਮੈਨੂੰ ਪਤਾ ਹੈ, ਉਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ 2013 'ਚ ਇੱਕ ਕਮਿਸ਼ਨ ਬਣਾਇਆ ਜਾਣਾ ਸੀ, ਜਿਹਨੇ ਉਸ ਕਾਨੂੰਨ ਦੀਆਂ ਵੱਖ-ਵੱਖ ਮੱਦਾਂ ਲਾਗੂ ਕਰਨੀਆਂ ਸੀ। ਚਲੋ ਉਹ ਬਾਅਦ ਦੇ ਵਿੱਚ ਉਹ ਕਮਿਸ਼ਨ ਨਹੀਂ ਬਣਿਆ, ਪਰ ਉਹ ਕਾਨੂੰਨ ਰੱਦ ਨਹੀਂ ਹੋਇਆ। ਗਗਨ ਜੀ, ਜਦ ਤੱਕ ਉਹ ਕਾਨੂੰਨ ਰੱਦ ਨਹੀਂ ਹੁੰਦਾ ਤਦ ਤੱਕ ਉਹ ਕਾਨੂੰਨ ਹੈ। ਹੁਣ ਵੀ ਕਦੀ ਵੀ ਉਹਦਾ ਕਮਿਸ਼ਨ ਬਣਾ ਕੇ ਉਹ ਕਾਨੂੰਨ ਫਿਰ ਲਾਗੂ ਹੋ ਜਾਊਗਾ। ਉਹਨਾਂ 'ਤੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਨੇ ਵੀ ਰੋਕ ਨਹੀਂ ਲਗਾਈ ਪੰਜਾਬ ਵਾਲੇ ਕਾਨੂੰਨ 'ਤੇ। ਹੁਣ ਨਵਜੋਤ ਸਿੰਘ ਸਿੱਧੂ ਦੇ ਇਹੀ ਪੋਲੀਟੀਕਲ ਸਵਾਲ ਸੀ ਅਕਾਲੀ ਦਲ ਤੋਂ ਕਿ ਭਾਈ ਤੁਸੀਂ ਜਿਹੜਾ ਆਰਡੀਨੈਂਸ ਮੋਦੀ ਸਾਹਿਬ ਦੀ ਸਰਕਾਰ ਨੇ ਲਿਆਂਦਾ ਸੀ, ਉਦੋਂ ਵੀ ਤੁਸੀਂ ਵਕਾਲਤ ਕਰਦੇ ਸੀ ਵੀ MSP ਖਤਮ ਨਹੀਂ ਹੁੰਦੇ, ਇਹਦੇ ਨਾਲ ਕਿਸਾਨਾਂ ਦਾ ਫਾਇਦਾ ਹੈ। ਅਤੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਤਾਂ ਵੀਡੀਓਜ਼ ਦਿਖਾਤੀਆਂ ਜਿਹਦੇ 'ਚ ਇੱਕ ਸਮੇਂ ਪ੍ਰਕਾਸ਼ ਸਿੰਘ ਬਾਦਲ ਸਮਰਥਨ ਕਰਦੇ ਆ। ਦੇਖੋ ਅੱਜ ਕੱਲ੍ਹ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਂਦਾ। ਅੱਜ ਕੱਲ੍ਹ ਤਾਂ ਟੈਕਨੋਲੋਜੀ ਆ ਗਈ। ਫਿਰ ਉਹ ਵੀਡੀਓ ਕਿਹੜੀਆਂ ਸੀ ਜਿਹ 'ਚ ਬੀਬਾ ਹਰਸਿਮਰਤ ਕੌਰ ਬਾਦਲ ਸਮਰਥਨ ਕਰੀ ਜਾਂਦੇ ਸੀ, ਸੁਖਬੀਰ ਬਾਦਲ ਸਮਰਥਨ ਕਰੀ ਜਾਂਦੇ ਸੀ, ਪ੍ਰਕਾਸ਼ ਸਿੰਘ ਬਾਦਲ ਬਜ਼ੁਰਗ ਬੜੇ ਆਦਰਯੋਗ ਸਮਰਥਨ ਕਰੀ ਜਾਂਦੇ ਸੀ, ਅਤੇ ਹੁਣ ਵਿਰੋਧ ਕਰੀ ਜਾਂਦੇ ਨੇ। ਇਹ ਕੋਈ ਯੁੱਗ ਪਲਟਾਊ ਚੇਤਨਾ 'ਚ ਸੋਚ 'ਚ ਐਡਾ ਬਦਲਾਅ ਕਿਵੇਂ ਆ ਗਿਆ? ਇਹਦਾ ਮਤਲਬ ਹੈ ਕੋਈ ਸਿਆਸੀ ਝੋਲ ਮੋਲ ਹੈ, ਕੋਈ ਸਿਆਸੀ ਰੌਲਾ ਤਾਂ ਹੈ। ਚਲੋ ਹੁਣ ਇਹਦੇ 'ਤੇ ਤਾਂ ਸਵਾਲ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਚੱਕੇ ਨੇ। ਦੂਸਰੀ ਰਹੀ ਗੱਲ, ਜਿਹੜਾ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਤੋਂ ਪਾਰਲੀਮੈਂਟ ਵੱਲ ਨੂੰ ਮਾਰਚ ਕਰਨਾ ਸੀ ਅਕਾਲੀ ਦਲ ਨੇ, ਉਹਦੇ 'ਚ ਵਾਹਵਾ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਵਲੰਟੀਅਰਸ ਗਏ ਸੀ। ਦੇਖੋ ਅਕਾਲੀ ਦਲ ਵੀ ਬੜੀ ਅਮੀਰ ਪੋਲੀਟੀਕਲ ਪਾਰਟੀ ਹੈ, ਗਰੀਬ ਪੋਲੀਟੀਕਲ ਪਾਰਟੀ ਨਹੀਂ ਅਕਾਲੀ ਦਲ। ਅਕਾਲੀ ਦਲ ਕੋ ਕਿੰਨੇ ਕਿੰਨੇ ਦਫ਼ਤਰ, ਕਿੰਨੇ ਕਿੰਨੇ ਸਾਧਨ। ਸੋ ਚਲੇ ਗਏ ਲੋਕ ਜੀ ਉੱਥੇ, ਰੋਕਿਆ ਉਹਨਾਂ ਨੂੰ ਕਈ ਥਾਂ ਕਿਸਾਨਾਂ ਨੇ ਵਿਰੋਧ ਕੀਤਾ। ਜਦੋਂ ਸੁਖਬੀਰ ਬਾਦਲ ਹੋਣੀ ਵੀ ਗਏ, ਕਿਉਂਕਿ ਨਾਰਾਜ਼ਗੀ ਹੈ ਕਿਸਾਨਾਂ ਨੂੰ ਕਿ ਸੁਖਬੀਰ ਬਾਦਲ ਹੋਣਾ ਨੇ, ਹਰਸਿਮਰਤ ਕੌਰ ਹੋਣਾ ਨੇ ਉਦੋਂ ਇਹ ਅਸਤੀਫਾ ਕਿਉਂ ਨਹੀਂ ਦਿੱਤਾ ਜਦੋਂ ਆਰਡੀਨੈਂਸ ਆਇਆ। ਉਸ ਸਮੇਂ ਕਿਉਂ ਅਕਾਲੀ ਸਮਝਾਉਂਦੇ ਰਹੇ ਕਿਸਾਨਾਂ ਨੂੰ ਵੀ ਨਹੀਂ ਇਹ ਚੰਗੇ ਆ ਭਾਈ। ਅਤੇ ਅਕਾਲੀ ਦਲ ਨੇ ਬੀਬੀ ਹਰਸਿਮਰਤ ਕੌਰ ਬਾਦਲ ਤੋਂ ਅਸਤੀਫਾ ਉਦੋਂ ਦਵਾਇਆ ਜਦੋਂ ਭਾਰਤੀ ਜਨਤਾ ਪਾਰਟੀ ਨੇ ਕਿਸੇ ਦੀ ਗੱਲ ਨਹੀਂ ਸੁਣੀ ਅਤੇ ਕਾਨੂੰਨ ਪਾਸ ਹੀ ਕਰਤਾ। ਉਹ ਠੀਕ ਹੈ, ਜਿੱਦਣ ਕਾਨੂੰਨ ਪਾਸ ਹੋਇਆ ਪਾਰਲੀਮੈਂਟ ਦੇ ਵਿੱਚ ਉਦਣ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਿਰੋਧ ਕੀਤਾ, ਹੱਕ 'ਚ ਵੋਟ ਨਹੀਂ ਪਾਈ, ਗੱਲ ਸਮਝ ਆਉਂਦੀ ਹੈ, ਅਸਤੀਫਾ ਵੀ ਦਿੱਤਾ। ਪਰ ਜਦੋਂ ਕਾਨੂੰਨ ਪਾਸ ਹੋ ਗਏ ਉਦੋਂ ਤੁਸੀਂ ਨੇੜੇ ਆ ਕੇ ਜਾਗੇ ਅਤੇ ਕੀ ਫਾਇਦਾ? ਠੰਡ ਲੰਘਣ ਤੋਂ ਬਾਅਦ ਘਰ 'ਚ ਆਪਾਂ ਨਵੀਂ ਰਜਾਈ ਬਣਵਾਵਾਂਗੇ ਅਤੇ ਫਿਰ ਉਹ ਕਦੋਂ ਵਰਤਾਂਗੇ? ਉਸ ਤੋਂ ਪਹਿਲਾਂ ਅਸੀਂ ਨਮੂਨੀਆ ਭੁਗਤ ਚੁੱਕੇ ਹੁੰਦੇ ਹਾਂ। ਹੁਣ ਉਹੀ ਸਥਿਤੀ ਹੈ। ਇਹ ਕਾਨੂੰਨ ਤਾਂ ਪਾਸ ਹੋ ਗਏ, ਅਕਾਲੀ ਦਲ ਬਹੁਤ ਦੇਰ ਨਾਲ ਜਾਗਿਆ, ਪਰ ਹੁਣ ਅਕਾਲੀ ਦਲ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਸਭ ਤੋਂ ਵੱਡੇ ਵਿਰੋਧੀ ਅਸੀਂ ਹਾਂ ਅਤੇ ਸਭ ਤੋਂ ਵੱਡੀ ਗਲਤੀ BJP ਨੇ ਕੀਤੀ। ਅਕਾਲੀ ਦਲ ਦੀ ਦਿੱਕਤ ਇਹ ਹੈ ਵੀ ਇਹਨਾਂ ਨੂੰ ਗਲਤੀ ਪਹਿਲਾਂ ਸਮਝਣੀ ਚਾਹੀਦੀ ਸੀ, ਪਹਿਲਾਂ ਸਮਝਾਉਣੀ ਚਾਹੀਦੀ ਸੀ, ਪਹਿਲਾਂ ਕਿਸਾਨਾਂ ਨਾਲ ਆ ਕੇ ਖੜੇ ਹੋ ਜਾਣਾ ਚਾਹੀਦਾ ਸੀ। ਜਿਵੇਂ ਮੈਂ ਕਈ ਵਾਰੀ ਦੇਸੀ ਉਦਾਹਰਨਾਂ ਦਿੰਦਾ ਵੀ ਲੈਂਟਰ ਚੋਂਦਾ ਹੋਵੇ ਅਤੇ ਚਵਾਰੇ ਨਹੀਂ ਪਾਈਦੇ। ਪਹਿਲਾਂ ਲੈਂਟਰ ਟੀਪ ਟੂਪ ਕਰਾ ਕੇ ਉਹ 'ਚ ਸਮੈਂਟ ਭਰੀਦਾ। ਅੱਜ ਕੱਲ੍ਹ ਤਾਂ ਹੋਰ ਆ, ਬੜਾ ਕੁਛ ਆ ਗਿਆ ਭਰਨ ਵਾਲਾ, ਬੰਦ ਹੋ ਜਾਂਦਾ ਚੋਂਦਾ ਪਾਣੀ। ਹੁਣ ਅਕਾਲੀ ਦਲ ਇਸ ਸੰਕਟ 'ਚ ਹੈ। ਔਰ ਨਵਜੋਤ ਸਿੰਘ ਸਿੱਧੂ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਇੱਕ ਖਾਸੀਅਤ ਹੈ, ਨਵਜੋਤ ਸਿੰਘ ਸਿੱਧੂ ਮੁੱਦਾ ਨਹੀਂ ਛੱਡਦੇ, ਨਾ ਮੁੱਦੇ ਤੋਂ ਭਟਕਦੇ ਆ। ਦੇਖੋ ਪੱਥਰ 'ਤੇ ਪਾਣੀ ਦੀ ਬੂੰਦ ਬੂੰਦ ਪੈਂਦੀ ਰਹੇ ਕਹਿੰਦੇ, ਹੈਂ ਜੀ, ਪੱਥਰ ਘਸ ਜਾਂਦਾ ਕਿ ਨਹੀਂ ਘਸਦਾ ਗਗਨ? ਸੋ ਨਵਜੋਤ ਸਿੰਘ ਸਿੱਧੂ ਮੁੱਦੇ 'ਤੇ ਪਾਣੀ ਦੀ ਬੂੰਦ ਪਾਈ ਜਾਂਦਾ। ਅਲਟੀਮੇਟਲੀ ਮੁੱਦਾ ਹੱਲ ਹੋਊ। ਹੁਣ ਹੋ ਜੇ 2 ਮਹੀਨਿਆਂ ਨੂੰ ਹੋ ਜੇ, 4 ਮਹੀਨਿਆਂ ਨੂੰ ਹੋ ਜੇ, 6 ਮਹੀਨਿਆਂ ਨੂੰ ਹੋ ਜੇ, ਨਵਜੋਤ ਸਿੰਘ ਸਿੱਧੂ ਕੋਲੇ ਤਾਕਤ ਆਉਣ ਤੋਂ ਬਾਅਦ ਹੋ ਜੇ,
ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਰ ਜਾਗਰਤੀ ਪੈਦਾ ਹੋਵੇ ਤਾਂ ਹੋ ਜੇ। ਕਿਸੇ ਵੀ ਸੂਰਤ ਦੇ ਵਿੱਚ ਮੁੱਦੇ ਤਾਂ ਹੱਲ ਹੋਣੇ ਨੇ ਔਰ ਇਹ ਨਿਰੰਤਰ ਪ੍ਰਕਿਰਿਆ ਇਹਨਾਂ ਨੂੰ ਹੱਲ ਹੋਣ ਦੀ। ਔਰ ਕੁਦਰਤ ਕਈ ਵਾਰੀ ਅਜਿਹੇ ਲੀਡਰ, ਅਜਿਹੇ ਯੋਧੇ ਭੇਜਦੀ ਹੈ ਜਿਹੜੇ ਮੁੱਦੇ ਹੱਲ ਕਰ ਜਾਂਦੇ ਆ, ਭਾਵੇਂ ਉਹ ਕਿਸੇ ਰੂਪ 'ਚ ਆਏ। ਹੁਣ ਸਾਡੇ ਮੁਲਕ 'ਚ ਦੇਖੋ, ਭਗਤ ਸਿੰਘ, ਲਾਲਾ ਲਾਜਪਤ ਰਾਏ, ਊਧਮ ਸਿੰਘ ਸਨਾਮ, ਸੁਖਦੇਵ ਥਾਪਰ, ਰਾਜਗੁਰੂ, ਸੁਭਾਸ਼ ਚੰਦਰ ਬੋਸ, ਕਿੰਨੇ ਸਾਡੇ ਗਦਰੀ ਬਾਬੇ। ਮੈਂ ਤਾਂ ਕਿਤਾਬਾਂ 'ਚ ਪੜ੍ਹਦਾ ਹੁੰਦਾ ਸੀ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ ਜੀ, ਉਹਨਾਂ ਬਾਰੇ ਪੜ੍ਹਦੇ ਸੀ। ਹੋਰ ਕਿੰਨੇ ਸਾਡੇ ਸੁਤੰਤਰਤਾ ਸੈਨਾਨੀ, ਸਾਡੇ ਕੂਕਾ ਲਹਿਰ ਦੇ ਸਾਡੇ ਸ਼ਹੀਦ, ਕਿੰਨੇ ਸਾਡੇ ਸ਼ਹੀਦ SGPC ਦੇ, ਮਹਾਤਮਾ ਗਾਂਧੀ ਸਮੇਂ ਦੇ ਦੌਰ ਸਮੇਂ ਦੇ ਕਿੰਨੇ ਸਾਡੇ ਸੁਤੰਤਰਤਾ ਸੈਨਾਨੀ, ਆਲ ਇੰਡੀਆ ਕਾਂਗਰਸ ਨਾਲ ਜੁੜੇ ਫਰੀडम ਫਾਈਟਰ ਉਦੋਂ, ਹੁਣ ਵੀ ਸਾਡੇ ਪੁਰਾਣੇ ਬਜ਼ੁਰਗ ਬਾਬੇ, ਕਿੰਨੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦਾ ਮੁੱਦਾ ਹੱਲ ਕਰਤਾ। ਤੇ ਹੁਣ ਤਾਂ ਮੁੱਦੇ ਹੀ ਸਾਡੇ ਕੋਲ ਛੋਟੇ ਛੋਟੇ ਆ। ਆਜ਼ਾਦ ਮੁਲਕ ਦੇ ਬਸ਼ਿੰਦੇ ਹਾਂ ਅਸੀਂ, ਐਡੀ ਮੁਹੱਬਤ ਅਸੀਂ ਆਪਣੇ ਮੁਲਕ ਨੂੰ ਕਰਦੇ ਹਾਂ। ਸੋ ਇਸ ਕਰਕੇ ਗਗਨ, ਸਮੇਂ 'ਤੇ ਹਰ ਚੀਜ਼ ਹੋ ਜਾਣੀ ਹੈ, ਬਸ ਚੰਗੇ ਵਕਤ ਦਾ ਇੰਤਜ਼ਾਰ ਹੈ। ਬਹੁਤ ਲੋਕਾਂ ਨੂੰ ਮੌਕਾ ਮਿਲਿਆ, ਕੈਪਟਨ ਸਾਹਿਬ ਨੂੰ ਵੀ ਮੌਕਾ ਮਿਲਿਆ। ਕੈਪਟਨ ਸਾਹਿਬ ਅਗਰ ਸਾਰੇ ਵਾਅਦੇ ਪੂਰੇ ਕਰ ਦਿੰਦੇ ਨੇ ਤੇ ਲੋਕ ਕੈਪਟਨ ਅਮਰਿੰਦਰ ਸਿੰਘ ਦੇ ਵੀ ਧੰਨਵਾਦੀ ਹੋਣਗੇ। ਬਾਦਲ ਸਾਹਿਬ MLA ਨੇ, ਲੰਬੀ ਤੋਂ 64 ਹਲਕਿਆਂ ਦੀ ਸੂਚੀ ਜਿਹੜੀ ਜਾਰੀ ਹੋਈ ਆ, ਉਹ 'ਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਨਾਂ ਨਹੀਂ ਪਾਇਆ ਅਕਾਲੀ ਦਲ ਨੇ। ਮੈਨੂੰ ਡਰ ਹੈ ਕਿਤੇ ਅਕਾਲੀ ਦਲ ਵਾਲੇ ਐਤਕੀ ਕਿਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਟਿਕਟ ਨਾ ਕੱਟ ਦੇਣ। ਉਹ ਤਾਂ ਐਡੇ ਤਜਰਬੇਕਾਰ ਲੀਡਰ ਆ, ਉਮਰ ਕਰਕੇ ਭਾਵੇਂ ਕੱਟ ਦੇਣ। ਜਿਵੇਂ ਕੱਲ੍ਹ ਮੋਦੀ ਸਾਹਿਬ 71 ਸਾਲਾਂ ਦੇ ਹੋ ਗਏ, BJP 'ਚ ਵੀ ਕਹਿੰਦੇ ਹੁਣ 75 ਸਾਲ ਤੋਂ ਬਾਅਦ ਰਿਟਾਇਰ ਕਰ ਦਿੰਦੇ ਨੇ ਐਕਟਿਵ ਉਹਦੇ 'ਚੋਂ, ਪੋਲੀਟਿਕਸ 'ਚੋਂ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਉਮਰ ਵੀ 96-90 ਤੋਂ ਪਾਰ ਹੋ ਗਈ। ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ 80-82 ਦੇ ਲਾਗੇ ਆ ਗਏ, 80 ਪਾਰ ਹੋ ਗਏ। ਬਾਕੀ ਜਿਹੜੇ ਟਵੀਟ ਨੇ ਨਵਜੋਤ ਸਿੰਘ ਸਿੱਧੂ ਦੇ, ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਪੰਜਾਬ ਸਰਕਾਰ ਦਾ ਪ੍ਰਚਾਰ ਦਾ ਬਜਟ ਇੱਕ ਪਾਸੇ, ਅਕਾਲੀ ਦਲ ਦੇ ਪ੍ਰਚਾਰ ਦਾ ਬਜਟ ਇੱਕ ਪਾਸੇ। ਮੈਂ ਅਕਾਲੀ ਦਲ ਵਾਲਿਆਂ ਨੂੰ ਦੇਖਦਾ, ਮੈਂ ਕੋਈ ਸੋਸ਼ਲ ਮੀਡੀਆ ਲਾ ਲਾਂ, ਅਕਾਲੀ ਦਲ ਦਾ ਇਸ਼ਤਿਹਾਰ ਨਾਲ ਹੀ ਆ ਜਾਂਦਾ। ਬਹੁਤ ਮਹਿੰਗੇ ਇਸ਼ਤਿਹਾਰ ਖਰੀਦੇ ਹੋਣੇ ਨੇ ਅਖਬਾਰਾਂ 'ਚ, ਚੈਨਲਾਂ 'ਚ, ਵੈਬਸਾਈਟਾਂ 'ਤੇ। ਅਮੀਰ ਪਾਰਟੀ ਆ ਅਕਾਲੀ ਦਲ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ, ਉਹਨਾਂ ਕੋਲੇ ਬਜਟ ਹੈ। ਇੰਨਾ ਬਜਟ ਅਗਰ ਅਕਾਲੀ ਦਲ ਉਦੋਂ ਲਾ ਦਿੰਦਾ ਜਦੋਂ ਆਰਡੀਨੈਂਸ ਆਏ ਸੀ, ਕਿਉਂਕਿ ਪਹਿਲਾਂ ਆਰਡੀਨੈਂਸ, ਕਈ ਵਾਰੀ ਨਾ ਸਰਕਾਰਾਂ ਸਿੱਧਾ ਕਾਨੂੰਨ ਨਹੀਂ ਪਾਸ ਕਰਦੀਆਂ, ਅਗਰ ਆਰਡੀਨੈਂਸ ਜਾਰੀ ਕਰ ਦਿੰਦੀਆਂ ਕੰਮ ਸ਼ੁਰੂ ਹੋ ਜਾਂਦਾ। ਆਰਡੀਨੈਂਸ ਨੂੰ 6 ਮਹੀਨਿਆਂ ਦੇ ਵਿੱਚ ਫਿਰ ਕਾਨੂੰਨ ਦੇ ਰੂਪ 'ਚ ਪਾਸ ਕਰਾਉਣਾ ਪੈਂਦਾ ਪਾਰਲੀਮੈਂਟ 'ਚ, ਉਹ ਕਰਾ ਗਏ। ਜਿੰਨਾ ਇਸ਼ਤਿਹਾਰਾਂ 'ਤੇ ਪੈਸਾ ਹੁਣ ਅਕਾਲੀ ਦਲ ਦਾ ਲੱਗ ਰਿਹਾ ਹੈ, ਅਗਰ ਆਰਡੀਨੈਂਸ ਵੇਲੇ ਸਮਝ ਕੇ ਵੀ ਕਿਸਾਨ ਵਿਰੋਧ ਕਰਨਗੇ, ਅਗਰ ਅਕਾਲੀ ਦਲ ਇਸ਼ਤਿਹਾਰ ਕਰ ਦਿੰਦਾ, ਅੱਜ ਪੈਸਾ ਲਾਉਣ ਦੀ ਲੋੜ ਹੀ ਨਹੀਂ ਸੀ ਅਕਾਲੀ ਦਲ ਨੂੰ ਇਸ਼ਤਿਹਾਰਾਂ 'ਤੇ। ਅਕਾਲੀ ਦਲ ਨਾ ਹਿਲਦਾ 25 ਸਾਲ, ਜਿਵੇਂ ਪਹਿਲਾਂ ਕਹਿੰਦੇ ਸੀ ਵੀ ਅਸੀਂ 25 ਸਾਲ ਰਾਜ ਕਰਾਂਗੇ, 10 ਸਾਲ ਹੀ ਕਰ ਸਕੇ ਰਾਜ। 15 ਸਾਲ ਜੋ ਇਹਨਾਂ ਨੇ ਸੋਚਿਆ ਸੀ ਆਪਣਾ ਟੀਚਾ, ਉਹ 'ਚ 15 ਸਾਲ ਘਟ ਗਏ। ਸੋ ਇੱਕ ਪਾਸੇ ਸਾਰਿਆਂ ਦੀ ਪ੍ਰਚਾਰ ਸਮੱਗਰੀ, ਇੱਕ ਪਾਸੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਟਵੀਟ। ਸੋ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਆਪਣਾ ਕੰਮਕਾਰ ਛੱਡ ਕੇ ਪੰਜਾਬ ਦੇ ਮੁੱਦਿਆਂ 'ਤੇ ਲੱਗਿਆ। ਨਹੀਂ ਤਾਂ 40-50 ਕਰੋੜ ਰੁਪਏ ਤਾਂ ਨਵਜੋਤ ਸਿੰਘ ਸਿੱਧੂ ਨੂੰ ਬੋਲਣ ਦੇ ਮਿਲ ਜਾਣ ਗਗਨ ਜੀ, ਭਾਵੇਂ ਕਮੈਂਟਰੀ ਦੇ, ਭਾਵੇਂ TV 'ਤੇ। ਸੋ ਇਸ ਕਰਕੇ ਕਈ ਲੋਕ ਜਿਹੜੇ ਸਵਾਲ ਪੁੱਛਦੇ ਆ ਨਾ, ਸੋ ਉਹਨਾਂ ਨੂੰ ਬਹੁਤ ਗਹਿਰਾਈ ਦੇ ਨਾਲ ਸੋਚ ਸਮਝ ਕੇ, ਸੰਜੀਦਗੀ ਦੇ ਨਾਲ ਪੰਜਾਬ ਦੀ ਸਿਆਸਤ 'ਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਹੁਣ ਗੰਭੀਰਤਾ ਵਾਲੀ ਸਿਆਸਤ ਦੀ ਲੋੜ ਹੈ ਪੰਜਾਬ ਨੂੰ। ਹਾਸੀ ਖੇਡੀਆਂ ਫਿਲਮਾਂ ਜੋਗੀਆਂ ਰਹਿ ਗਈਆਂ। ਫਿਲਮਾਂ 'ਚ ਪਾਓ ਹਾਸੀਆਂ ਖੇਡੀਆਂ। ਫਿਲਮਾਂ ਤਾਂ ਇਸੇ ਕਰਕੇ ਬਣਦੀਆਂ ਨੇ, ਐਤਵਾਰ ਨੂੰ ਦੇਖੋ, ਸ਼ਨੀਵਾਰ ਨੂੰ ਦੇਖੋ, ਜਿੱਦਣ ਛੁੱਟੀ ਉੱਦਣ ਦੇਖੋ। ਪਰ ਰਾਜਨੀਤੀ ਜਿਨ੍ਹਾਂ ਲੋਕਾਂ ਨੇ ਕਰਨੀ ਹੈ ਨਾ, ਉਹਨਾਂ ਨੂੰ ਪੂਰੀ ਗੰਭੀਰਤਾ ਦੇ ਨਾਲ ਸਿਆਸਤ ਕਰਨੀ ਪਊਗੀ। ਪੰਜਾਬ ਸਿਆਸਤ ਨਾਲ ਤਰੱਕੀ ਕਰੂਗਾ। ਅਸਲੀ ਖੇਡਾਂ 'ਚ ਵੀ ਹਰਿਆਣਾ ਅੱਗੇ ਨਿਕਲ ਗਿਆ, ਪੰਜਾਬ ਪਿੱਛੇ ਹੈ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਟਵੀਟ ਬੜੀ ਅਹਿਮੀਅਤ ਵਾਲੇ ਹੁੰਦੇ ਆ, ਔਰ ਇਹਨਾਂ ਦੇ ਜਿਹੜੇ ਸਵਾਲ ਨੇ ਬੜੇ ਵਾਜਬ ਹੁੰਦੇ ਨੇ ਗਗਨ ਜੀ। ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਹੁਣ ਇਸ ਸਾਰੇ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਕੀ ਪ੍ਰਤੀਕਰਮ ਆਉਂਦਾ ਹੈ, ਆਉਣ ਵਾਲੇ ਦਿਨਾਂ ਦਾ ਸਵਾਲ ਰਹੇਗਾ। ਪਰ
ਉਹ ਵੀ ਗੱਲਾਂ ਜ਼ਰੂਰ ਸੁਣਾ ਦਿਓ। ਅਕਾਲੀ ਦਲ ਨੇ ਜਿਹੜਾ ਕੱਲ ਦਿੱਲੀ ਦੇ ਵਿੱਚ ਮਾਰਚ ਕੀਤਾ, ਉੱਥੇ ਅਕਾਲੀ ਦਲ ਦੇ ਲੀਡਰਾਂ ਦਾ ਕੀ ਕਹਿਣਾ ਸੀ, ਕਿਉਂਕਿ ਆਪਾਂ ਨਿਰਪੱਖਤਾ ਦੇ ਨਾਲ ਸਾਰਿਆਂ ਦੀ ਗੱਲ ਦਿਖਾ ਦਿੱਤੀ। ਮੈਨੂੰ ਬੜਾ ਦੁੱਖ ਹੈ ਕਿ ਸਾਡਾ ਪੀਸਫੁਲ ਅਸੀਂ ਕਮਿਟ ਕੀਤਾ ਸੀ ਕਿ ਸਾਡੀ ਜਿਹੜੀ ਮਾਰਚ ਹੈ ਬੜੀ ਪੀਸਫੁਲ ਰਹੂਗੀ, ਪਰ ਦਿੱਲੀ ਸਰਕਾਰ ਤੇ ਖਾਸ ਕਰਕੇ ਹਰਿਆਣਾ ਸਰਕਾਰ ਨੇ ਪੂਰੀ ਰਾਤ ਸਾਡੇ ਵਰਕਰਾਂ ਨੂੰ ਤੰਗ ਕੀਤਾ। ਹਜ਼ਾਰਾਂ ਵਰਕਰ ਸਾਡੇ ਰਾਹ 'ਚ ਹੀ ਰੁਕੇ ਹੈ। ਮੇਰੇ ਖਬਰ ਆ ਰਹੀ ਹੈ ਕਈ ਲੋਕਾਂ ਦੀਆਂ ਗੱਡੀਆਂ ਤੋੜਤੀਆਂ, ਸਾਡੀਆਂ ਬੱਸਾਂ ਰੋਕੀ ਬੈਠੇ ਹੈ, ਤੇ ਕਈ ਹੋਟਲਾਂ ਜੇ ਕੋਈ ਧਰਮਸ਼ਾਲਾ ਗਏ ਸੀ ਲੋਕੀ ਉੱਥੋਂ ਘਰੋਂ ਕਮਰੇ 'ਚੋਂ ਕੱਢ ਕੇ। ਤੇ ਸਭ ਤੋਂ ਮਾੜੀ ਗੱਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਨੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਸੀਲ ਕਰਨ ਦਾ ਫੈਸਲਾ ਕਰ ਲਿਆ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ? ਗੁਰੂ ਘਰ ਨੂੰ ਤੁਸੀਂ ਕਹੋ ਕਿ ਸੀਲ ਕਰ ਦਿਓ। ਸੋ ਇੰਨੀ ਉਹਨਾਂ ਦੇ ਘਬਰਾਹਟ है। ये हमारा काम है प्रदर्शन करना जी। हमारा सक्सेस तो उस दिन होएगा जिस दिन काले कानून रद्द होंगे। ये तो लड़ाई है, लड़ाई जारी है। सक्सेस और फेलियर के लिए नहीं आए हैं, अपनी आवाज़ बुलंद करने आए हैं और अपनी आवाज़ सुनाने आए हैं। और पहली बारी शायद 1982 के बाद कोई पार्लियामेंट के इतने नज़दीक पहुँचा है। तो गुरु महाराज गुरु तेग बहादुर साहब के चरणों में मत्था टेक के आए हैं और ये अरदास करके आए कि पंजाब पंजाबियत किसानी अन्नदाता की जीत हो। ਦੇਖੋ ਜਿਸ ਤਰ੍ਹਾਂ ਦਾ ਅੱਜ ਸਾਡਾ ਪ੍ਰਦਰਸ਼ਨ ਸੀ, ਪਹਿਲੀ ਗੱਲ ਤਾਂ ਗਿਣਤੀ ਦੇ ਪੱਖੋਂ ਬੜਾ ਸਕਸੈਸਫੁਲ ਸੀ, ਦੂਜਾ ਪੀਸਫੁਲ ਰਿਹਾ ਇਸ ਪੱਖੋਂ ਸਕਸੈਸਫੁਲ ਸੀ, ਤੀਜਾ ਜੋ ਮੈਸੇਜ ਅਸੀਂ ਦੇਣਾ ਚਾਹੁੰਦੇ ਸੀ ਭਾਰਤ ਸਰਕਾਰ ਨੂੰ ਉਹ ਮੈਸੇਜ ਅਸੀਂ ਦੇ ਸਕੇ ਹਾਂ। ਕਿਉਂਕਿ ਸਾਡਾ ਇਹ ਕਹਿਣਾ ਸੀ ਵੀ 1 ਸਾਲ ਬੀਤ ਜਾਣ ਤੋਂ ਬਾਅਦ ਵੀ ਇਹਨਾਂ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਲੋਕਾਂ ਦਾ ਗੁੱਸਾ ਵੀ ਆ, ਲੋਕਾਂ ਦਾ ਰੋਸ ਵੀ ਆ, ਔਰ ਇਹ ਗੁੱਸਾ ਤੇ ਰੋਸ ਅਸੀਂ ਜ਼ਾਹਰ ਕਰ ਸਕੇ ਹਾਂ। ਇਹ ਵੀ ਅਸੀਂ ਮੈਸੇਜ ਦੇਣ ਦੇ ਵਿੱਚ ਸਫਲ ਹੋਏ ਹਾਂ। ਬਿਲਕੁਲ। ਸੋ ਇਸ ਮਸਲੇ ਦੇ ਉੱਤੇ ਭਾਜਪਾ ਦੇ ਆਗੂਆਂ ਦਾ ਵੀ ਪ੍ਰਤੀਕਰਮ ਹੈ। ਸੁਰਜੀਤ ਕੁਮਾਰ ਜਿਆਣੀ ਵਰਗੇ ਤੇ ਹਰਜੀਤ ਗਰੇਵਾਲ ਵਰਗੇ ਨੇਤਾ ਨੇ, ਉਹਨਾਂ ਦੇ ਵੱਲੋਂ ਅਕਾਲੀ ਦਲ ਦੀ ਇਸ ਰੈਲੀ ਨੂੰ ਇੱਕ ਡਰਾਮਾ ਸਿਆਸੀ ਤੌਰ ਦੇ ਉੱਤੇ ਕਰਾਰ ਦਿੱਤਾ ਜਾ ਰਿਹਾ ਹੈ। ਉਹ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣ ਲਓ। ਮੈਂ ਦੇਖੋ ਐਵੇਂ ਉਹ ਇਸ ਵੇਲੇ ਕ੍ਰੋਕੋਡਾਈਲ ਟੀਅਰਸ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ। ਪਤਾ ਨਹੀਂ ਕਾਹਦੇ ਲਈ ਮਾਰਚ ਪਾਸਟ ਕਰ ਰਹੇ ਹੈਗੇ ਨੇ। ਸਭ ਤੋਂ ਜ਼ਿਆਦਾ ਤੇ ਜੇ ਕਿਸਾਨਾਂ ਦੀ ਮਦਦ ਕੀਤੀ ਹੈ ਤੇ ਕਾਂਗਰਸ ਪਾਰਟੀ ਨੇ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਲੀਡਰਸ਼ਿਪ ਥੱਲੇ ਕਿਸਾਨਾਂ ਦੇ ਨਾਲ ਸਾਡੀ ਪੂਰੀ ਸਹਾਨੁਭੂਤੀ ਹੈ। ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਅਸੀਂ ਚਾਹੁੰਦੇ ਹਾਂ ਕਿ ਜਿਹੜੇ 3 ਕਾਲੇ ਕਾਨੂੰਨ ਨੇ ਉਹ ਬੀਜੇਪੀ ਸਰਕਾਰ ਉਹਨਾਂ ਨੂੰ ਵਾਪਸ ਲਵੇ। ਇਹ ਇਹਨਾਂ ਆਰਡੀਨੈਂਸਸ ਦੀ ਪ੍ਰਸ਼ੰਸਾ ਕਰਦੇ ਰਹੇ ਕਿ ਕਿਸਾਨ ਹਿੱਤ 'ਚ ਨੇ, ਉਹਦੇ ਫਾਇਦੇ ਗਿਣਾਉਂਦੇ ਰਹੇ। ਅਚਾਨਕ ਇੱਕ ਟਾਈਮ ਐਸਾ ਆਇਆ ਕਿ ਯੂ ਟਰਨ ਲਿਆ, ਗਠਬੰਧਨ ਧਰਮ ਦਾ ਪਾਲਣ ਵੀ ਨਹੀਂ ਕੀਤਾ, ਔਰ ਉਹ ਛੱਡ ਕੇ ਹੁਣ ਉਹ ਦਾਗ ਇੱਕ ਤਰ੍ਹਾਂ ਨਾਲ ਧੋਣਾ ਚਾਹੁੰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ। ਬਈ ਇਹ ਕਿੱਡੀ ਕੁ ਬਹਾਦਰੀ ਹੈ ਕਿ ਤੁਸੀਂ ਕੈਬਨਿਟ ਤੋਂ ਰਿਜ਼ਾਈਨ ਕਰਤਾ ਅਤੇ ਉਹਦੇ 1 ਸਾਲ ਦੀ ਵਰ੍ਹੇਗੰਢ ਤੁਸੀਂ ਮਨਾ ਰਹੇ ਹੋ। ਔਰ ਇਹ ਪੰਜਾਬ ਦੇ ਲੋਕਾਂ ਨਾਲ, ਕਿਸਾਨ ਨਾਲ ਵੀ ਧੋਖਾ ਹੈਗਾ। ਔਰ ਕਿਸਾਨ ਅੰਦੋਲਨ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ, ਮੈਂ ਤਾਂ ਨਹੀਂ ਇਹ ਗੱਲ ਕਹੀ, ਕਿ 70% ਸਾਡੇ ਵਰਕਰ ਬੈਠੇ ਆ। ਜੇ 70% ਬੈਠੇ ਤਾਂ ਸਾਡੇ ਜਿਹੜੇ ਗਰੀਬ ਵਰਕਰ ਨੇ ਉਹਨਾਂ 'ਤੇ ਹਮਲੇ ਤੁਸੀਂ ਕਰਦੇ ਹੋ। ਫਿਰ ਪੰਜਾਬ ਸਰਕਾਰ ਦੇ ਤਾਂ ਕਾਹਦਾ ਜਵਾਬ ਹੈ? ਜੇ 1 ਸਾਲ ਤੋਂ ਸੰਘਰਸ਼ ਚੱਲ ਰਿਹਾ ਹੈ, ਅਗਰ ਜਾਇਜ਼ ਗੱਲ ਕੋਈ ਹੁੰਦੀ ਤਾਂ ਸਰਕਾਰ ਉਹਦਾ ਦਬਾਅ ਵੀ ਮੰਨਦੀ ਹੈ। ਕਾਨੂੰਨ ਨੂੰ ਕਾਲਾ ਕਹਿੰਦੇ ਨੇ, ਕਾਲਾ ਕਾਨੂੰਨ ਕਿਸੇ ਤਰ੍ਹਾਂ ਹੈ ਨਹੀਂ। ਇਹ ਕਾਨੂੰਨ ਪੰਜਾਬ ਦੇ ਵਿੱਚ ਪਹਿਲੇ ਹੀ ਲਾਗੂ ਸੀਗਾ। 2005 'ਚ ਕੈਪਟਨ ਸਾਹਿਬ ਨੇ ਕੀਤਾ, 2013 'ਚ ਬਾਦ ਸਾਹਿਬ ਨੇ, ਸਾਡੀ ਸਰਕਾਰ 'ਚ ਅਸੀਂ ਕੀਤਾ। ਇਹ ਸਾਰੇ ਜਿੰਨੇ ਵੀ ਅੱਜ ਸੈਂਟਰ 'ਚ ਸਰਕਾਰ ਕਾਨੂੰਨ ਬਣਿਆ ਇਹ ਪੰਜਾਬ 'ਚ ਆਲਰੇਡੀ ਪਹਿਲੇ ਹੀ ਸੀਗੇ। ਤਾਂ ਦਬਾਅ ਬਣਾਉਣ ਦੀ ਗੱਲ ਨਹੀਂ ਹੈ, ਇਹ ਵੋਟਾਂ ਕਮਾਉਣ ਦੀ ਗੱਲ ਹੈ। ਵੋਟਾਂ ਕਿਸ ਤਰ੍ਹਾਂ ਵੇ ਸਾਰੀ ਪਾਰਟੀਆਂ ਆਪਣੇ ਆਪਣੇ ਵੋਟ ਦੀ ਰਾਜਨੀਤੀ ਕਰ ਰਹੀ ਹੈ, ਨਾ ਕਿ ਦੇਸ਼ ਹਿੱਤ ਦੀ ਜਾਂ ਸੂਬੇ ਹਿੱਤ ਦੀ ਰਾਜਨੀਤੀ ਨਹੀਂ ਕਰ ਰਹੀ। ਬਾਦਲ ਐਂਡ ਕੰਪਨੀ ਨੂੰ ਇਹ ਚਾਹੀਦਾ ਵੀ ਇਹ ਕਾਲੇ ਦਿਵਸ ਦੀ ਜਿਹੜੇ ਵਾਲੇ ਦਿਨ ਜਿਹੜੇ 3 ਕਾਲੇ ਕਾਨੂੰਨ ਬਣਾਉਣ ਵਾਸਤੇ ਉਹਨਾਂ ਨੇ ਆਰਡੀਨੈਂਸ ਵਾਲੇ ਦਿਨ ਜਿਹੜੇ ਸਾਈਨ ਕੀਤੇ ਸੀ, ਤੇ ਉਸ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਇਹਨਾਂ ਆਰਡੀਨੈਂਸਾਂ ਨੂੰ ਕਿਸਾਨੀ ਦੇ ਭਲੇ ਲਈ ਗਰਦਾਨਣ ਦੀ ਕੁਝ ਹੀ ਸਾਜ਼ਿਸ਼ ਰਚੀ ਸੀ। ਜੇਕਰ ਬਾਦਲਾਂ ਨੇ ਸਹੀ ਸਮੇਂ ਤੇ ਦੇਸ਼ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹਨਾਂ ਕਾਲੇ ਕਾਨੂੰਨਾਂ ਬਾਰੇ ਆਗਾਹ ਕੀਤਾ ਹੁੰਦਾ ਜਾਂ ਆਵਾਜ਼ ਚੱਕੀ ਹੁੰਦੀ, ਜਿਹੜਾ ਕਿ ਇਹਨਾਂ ਦਾ ਫਰਜ਼ ਸੀ ਉੱਥੇ, ਤਾਂ ਦੇਸ਼ ਦੀ ਕਿਸਾਨੀ ਨੂੰ 650 ਤੋਂ ਉੱਤੇ ਸ਼ਹਾਦਤਾਂ ਨਾ ਦੇਣੀਆਂ ਪੈਂਦੀਆਂ। ਸਾਰੇ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਦੇ ਕਿਸਾਨਾਂ ਨੂੰ ਜਾ ਕੇ ਦਿੱਲੀ ਬਾਰਡਰ ਤੇ ਨਾ ਬਹਿਣਾ ਪੈਂਦਾ। ਔਰ ਜੋ ਪਰੇਸ਼ਾਨੀਆਂ ਅਸੀਂ ਅੱਜ ਝੱਲ ਰਹੇ ਹਾਂ, ਸਾਡੇ ਸਮਾਜ ਦੇ ਵਿੱਚ ਲੜਾਈਆਂ ਪੈ ਰਹੀਆਂ, ਰਾਜਨੀਤਿਕ ਪਾਰਟੀਆਂ
ਵੱਖੋ ਵੱਖਰੀ ਤਰ੍ਹਾਂ ਦੀ ਸਾਜ਼ਿਸ਼ਾਂ ਚੱਲ ਰਹੀਆਂ, ਇਹਨਾਂ ਤੋਂ ਅਸੀਂ ਬਚੇ ਰਹਿੰਦੇ। ਸੋ ਕਾਲਾ ਦਿਵਸ ਬਿਲਕੁਲ ਮਨਾਉਣਾ ਚਾਹੀਦਾ। ਤੇ ਡੱਲਾ ਸਾਹਿਬ ਦੇ ਦੂਜੇ ਪਾਸੇ ਬੀਤੇ ਦਿਨੀ ਜਿਸ ਤਰ੍ਹਾਂ ਅਕਾਲੀ ਦਲ ਨੇ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਤੇ ਕੈਂਡਲ ਮਾਰਚ ਦਾ ਐਲਾਨ ਆਮ ਆਦਮੀ ਪਾਰਟੀ ਨੇ ਵੀ ਕੀਤਾ ਸੀ। ਸੋ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੈਂਡਲ ਮਾਰਚ ਦਾ ਪ੍ਰੋਗਰਾਮ ਕੀਤਾ। ਇਸ ਪ੍ਰੋਗਰਾਮ ਨੂੰ ਕਿੱਦਾਂ ਵੇਖ ਰਹੇ ਹੋ ਉਸ ਦਿਨ ਦੇ ਉੱਤੇ ਜਿਸ ਦਿਨ ਇਹਨਾਂ ਖੇਤੀ ਕਾਨੂੰਨਾਂ ਨੂੰ ਲਾਗੂ ਹੋਇਆ 1 ਸਾਲ ਦਾ ਸਮਾਂ ਪੂਰਾ ਹੋ ਚੁੱਕਿਆ? ਦੇਖੋ, ਕੱਲ 1 ਸਾਲ ਦਾ ਸਮਾਂ ਪੂਰਾ ਹੋ ਗਿਆ ਲਾਗੂ ਹੋਇਆ ਨੂੰ, ਤੇ 27 ਸਤੰਬਰ ਨੂੰ ਦੇਸ਼ ਦੇ ਰਾਸ਼ਟਰਪਤੀ ਉਹਨਾਂ ਨੇ ਪਾਸ ਹੋਏ ਸੀ। 17 ਸਤੰਬਰ ਨੂੰ ਪਾਸ ਹੋਏ ਸੀ, ਕੱਲ ਪਾਸ ਹੋਏ ਸੀ। 1 ਸਾਲ ਪਾਸ ਹੋਇਆ ਨੂੰ ਹੋ ਗਿਆ ਸੀ। 27 ਸਤੰਬਰ ਨੂੰ ਇਹ ਕਾਨੂੰਨ ਨੋਟੀਫਾਈ ਕੀਤੇ ਗਏ ਸੀ ਦੇਸ਼ ਦੇ ਰਾਸ਼ਟਰਪਤੀ ਸਾਹਿਬ ਵੱਲੋਂ। 27 ਸਤੰਬਰ ਨੂੰ ਲਾਗੂ ਹੋਏ ਸੀ ਔਰ 27 ਸਤੰਬਰ ਨੂੰ ਹੁਣ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ। ਹੁਣ ਜਿਹੜੀ ਗੱਲ ਰਹਿ ਗਈ ਕੱਲ੍ਹ ਦੀ, ਲੰਘੇ ਕੱਲ੍ਹ, ਕਿਉਂਕਿ ਬਹੁਤ ਵੱਡੀ ਗਿਣਤੀ 'ਚ ਕਿਸਾਨ ਸ਼ਹੀਦ ਹੋਏ ਨੇ। ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਦਿੱਤੀ ਆਮ ਆਦਮੀ ਪਾਰਟੀ ਨੇ, ਕੈਂਡਲ ਮਾਰਚ ਕੀਤੇ ਗਏ ਥਾਂ। ਸੋ ਉਹ ਸਾਰੇ ਜਿਹੜੇ ਸ਼ਹੀਦ ਹੋਏ ਨੇ, ਅਸੀਂ ਵੀ ਇਸ ਕਿਸਾਨ ਅੰਦੋਲਨ ਨੂੰ ਉਹਨਾਂ ਸ਼ਹੀਦਾਂ ਦੇ ਅੱਗੇ ਸਿਰ ਝੁਕਾਉਂਦੇ ਹਾਂ ਔਰ ਫਿਰ ਬੇਨਤੀ ਕਰਦੇ ਹਾਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਿ ਤੁਹਾਡੀ ਉਮਰ ਲੰਬੀ ਹੋਵੇ ਤੇ ਤੁਸੀਂ ਕਿਸਾਨਾਂ ਦੇ ਨਾਲ ਗਲਵੱਕੜੀ ਪਾਓ। ਬੜਾ ਲੰਮਾ ਸਮਾਂ ਹੋ ਗਿਆ, ਬਹੁਤ ਲੋਕ ਸ਼ਹੀਦ ਹੋ ਗਏ। ਤੁਸੀਂ ਵੀ ਸਾਡੇ, ਕਿਸਾਨ ਵੀ, ਤੁਹਾਡੇ ਮੁਲਕ ਵੀ ਆਪਣਾ। ਆਪਾਂ ਸਾਂਝੀਵਾਲਤਾ ਦੇ ਰਾਹ 'ਤੇ ਤੁਰੀਏ ਤੇ ਮੋਦੀ ਸਾਹਿਬ ਜੱਫੀ ਪਾਓ, ਕਿਸਾਨ ਜਥੇਬੰਦੀਆਂ ਨੂੰ ਮੁਲਾਕਾਤ ਲਈ ਸੱਦ ਲਓ ਜਾਂ ਆਪ ਚਲੇ ਜਾਓ। ਐਡੇ ਵੱਡੇ ਸਰਕਾਰ ਕੋਲੇ ਦਫ਼ਤਰ ਨੇ, ਵਰਾਂਡੇ ਨੇ, ਜਿੱਥੇ ਮਰਜ਼ੀ ਇਕੱਠੇ ਹੋ ਜਾਓ ਤੇ ਇੱਕ ਵਾਰੀ ਰੱਦ ਕਰਕੇ ਨਵੇਂ ਸਿਰੇ ਤੋਂ ਨਾਲ ਹੀ ਐਲਾਨ ਕਰ ਦਿਓ ਬਣਾਉਣ ਦਾ। ਕਿਸਾਨਾਂ ਨਾਲ ਮਿਲ ਕੇ ਕਮੇਟੀ ਬਣਾ ਲਓ ਤੇ ਜਿਹੜੀਆਂ ਚੀਜ਼ਾਂ ਪੁਰਾਣਿਆਂ 'ਚ ਕੋਈ ਚੰਗੀਆਂ ਉਹ ਰੱਖ ਲਓ, ਕਿਸਾਨਾਂ ਦੀ ਸਹਿਮਤੀ ਨਾਲ ਜਿਹੜੀਆਂ ਨਵੀਆਂ ਕੋਈ ਚੀਜ਼ਾਂ ਮਿਲ ਜੁਲ ਕੇ ਤੈਅ ਕਰਨੀਆਂ ਉਹ ਕਰ ਲਓ। ਹੱਲ ਤਾਂ ਮਸਲੇ ਦਾ ਇਹੀ ਹੈ, ਨਹੀਂ ਤਾਂ ਚੋਣਾਂ ਆ ਗਈਆਂ। ਜਿਵੇਂ ਥੋੜ੍ਹੀ ਜਿਹੀ ਠੰਡਕ ਵੱਧਦੀ ਹੈ ਨਾ ਗਗਨ, ਆ ਦੀਵਾਲੀ ਤੋਂ ਮਹੀਨਾ 2 ਮਹੀਨਾ ਪਹਿਲਾਂ ਡੇਂਗੂ ਮੱਛਰ ਸ਼ੁਰੂ ਹੋ ਜਾਂਦਾ, ਲੋਕ ਡੇਂਗੂ ਨਾਲ ਬਿਮਾਰ ਹੋਣ ਲੱਗ ਜਾਂਦੇ। ਜਿਵੇਂ ਚੋਣਾਂ ਦਾ ਮੌਸਮ ਆਉਂਦਾ ਹੈ, ਪੋਲੀਟੀਕਲ ਲੋਕ ਬਿਮਾਰ ਹੋਣ ਲੱਗ ਜਾਂਦੇ ਵੀ ਕਿਤੇ ਹਾਰ ਨਾ ਜਾਈਏ। ਜੇ ਹੁਣ ਨਹੀਂ ਪੋਲੀਟੀਕਲ ਸਿਸਟਮ ਜਾਗੂਗਾ ਤੇ 22 'ਚ ਪੰਜਾਬ ਦੀਆਂ ਚੋਣਾਂ ਨੇ, 24 'ਚ ਪਾਰਲੀਮੈਂਟ ਦੀਆਂ ਚੋਣਾਂ ਨੇ ਤੇ 22 'ਚ ਯੂਪੀ ਦੀਆਂ ਚੋਣਾਂ ਵੀ ਨੇ। ਤੇ ਜਿਵੇਂ ਦਿਨ ਚੋਣਾਂ ਦੇ ਨੇੜੇ ਆਉਣੇ ਨੇ ਤੇ ਪੋਲੀਟੀਕਲ ਲੋਕਾਂ ਨੂੰ ਕਾਂਬਾ ਜਿਹਾ ਛੱਡਣ ਲੱਗ ਜਾਣਾ, ਡਰ ਜਿਹਾ ਲੱਗਣ ਲੱਗ ਜਾਣਾ ਵੀ ਕਿਤੇ ਹਾਰ ਨਾ ਜਾਈਏ। ਮੈਨੂੰ ਇਹ ਪੂਰੀ ਉਮੀਦ ਹੈ ਕਿ ਪੰਜਾਬ ਦੀਆਂ 2022 ਦੀਆਂ ਚੋਣਾਂ ਤੋਂ ਪਹਿਲਾਂ, ਯੂਪੀ ਦੀਆਂ ਚੋਣਾਂ ਤੋਂ ਪਹਿਲਾਂ ਇਹ ਮਸਲੇ ਦਾ ਹੱਲ ਨਿਕਲੂਗਾ ਔਰ ਭਾਰਤੀ ਜਨਤਾ ਪਾਰਟੀ ਪਹਿਲ ਕਰੂਗੀ, ਸਾਡੇ ਕਿਸਾਨਾਂ ਨਾਲ ਮਿਲ ਜੁਲ ਕੇ ਮਸਲੇ ਦਾ ਹੱਲ ਕੱਢ ਦੂ ਤੇ ਚੋਣਾਂ ਦੇ ਵਿੱਚ ਫਿਰ ਭਾਰਤੀ ਜਨਤਾ ਪਾਰਟੀ ਜਾਊ। ਨਹੀਂ ਤਾਂ ਉਹੀ ਕੰਮ ਹੋਣਾ ਜਿਹੜਾ ਪੱਛਮੀ ਬੰਗਾਲ 'ਚ ਹੋਇਆ। ਕਿਸਾਨਾਂ ਨੇ ਪੱਛਮੀ ਬੰਗਾਲ 'ਚ ਸ਼ਰੇਆਮ ਕਹਿਤਾ ਰੈਲੀਆਂ ਕਰਕੇ ਵੀ ਜਿਹਨੂੰ ਮਰਜ਼ੀ ਵੋਟ ਪਾ ਦਿਓ, ਬੀਜੇਪੀ ਨੂੰ ਨਾ ਪਾਈਓ। ਤੇ ਜੇ ਕਿਤੇ ਪੰਜਾਬ 'ਚ ਇਹ ਕਹਿਤਾ ਕਿਸਾਨਾਂ ਨੇ, ਜੇ ਕਿਤੇ ਉੱਤਰ ਪ੍ਰਦੇਸ਼ 'ਚ ਇਹ ਕਹਿਤਾ ਕਿਸਾਨਾਂ ਨੇ, ਲੀਡਰ ਇੱਕ ਦੂਜੇ ਦੀ ਗੱਲ ਮੰਨਣ ਨਾ ਮੰਨਣ ਗਗਨ, ਕਿਸਾਨ ਇੱਕ ਦੂਜੇ ਦੀ ਗੱਲ ਮੰਨਦੇ ਨੇ, ਕਿਸਾਨਾਂ ਦੀ ਗੱਲ ਆਮ ਲੋਕ ਵੀ ਮੰਨਦੇ ਨੇ। ਇਹ ਨਾ ਹੋਵੇ ਫਿਰ ਬੀਜੇਪੀ ਵਾਲੀਆਂ ਮਸ਼ੀਨਾਂ ਖਾਲੀ ਨਿਕਲਣ। ਇਸ ਕਰਕੇ ਕਿਉਂਕਿ ਜ਼ਿੱਦ ਕਿਸੇ ਵੀ ਧਿਰ ਦੀ ਹੋਵੇ, ਭਾਵੇਂ ਪੋਲੀਟੀਕਲ ਜ਼ਿੱਦ ਹੋਵੇ, ਭਾਵੇਂ ਕਿਸਾਨਾਂ ਦੀ, ਉਹ ਜ਼ਿੱਦ ਲੰਬੀ ਹੋਣ ਦੀ ਥਾਂ ਆਪਸੀ ਮੁਹੱਬਤ ਨਾਲ ਖ਼ਤਮ ਕਰ ਲੈਣੀ ਚਾਹੀਦੀ ਹੈ। ਉਹਦੇ 'ਚ ਹੀ ਭਲਾ ਮੁਲਕ ਦਾ ਤੇ ਸਾਡੇ ਸਾਰਿਆਂ ਦਾ। ਸੋ ਡੱਲਾ ਸਾਹਿਬ ਦੇ ਦੂਜੇ ਪਾਸੇ 19 ਸਤੰਬਰ ਨੂੰ ਮੋਹਾਲੀ ਦੇ ਵਿੱਚ ਵੀ ਕਿਸਾਨ ਮਹਾਪੰਚਾਇਤ ਦਾ ਜਿਹੜਾ ਆਗਾਜ਼ ਕੀਤਾ ਜਾਣਾ, ਕਿਸਾਨ ਮਹਾਪੰਚਾਇਤ ਹੋਣੀ ਹੈ 19 ਸਤੰਬਰ ਨੂੰ। ਕਹਿੰਦੇ ਕਿ 27 ਸਤੰਬਰ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਪੂਰੇ ਮੁਲਕ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਮਹਾਪੰਚਾਇਤਾਂ ਹੋ ਰਹੀਆਂ ਨੇ। ਇਸ 19 ਸਤੰਬਰ ਦੀ ਮਹਾਪੰਚਾਇਤ ਨੂੰ ਕਿੱਦਾਂ ਵੇਖ? ਦੇਖੋ, 19 ਸਤੰਬਰ ਦੀ ਮਹਾਪੰਚਾਇਤ ਦੇ ਵਿੱਚ ਵੀ ਇੱਕ ਤਾਂ ਜਿਹੜਾ 17 ਸਤੰਬਰ ਲੰਘ ਕੇ ਗਿਆ ਉਹਦੇ ਸਬੰਧ ਦੇ ਵਿੱਚ ਚਰਚਾ ਹੋਏਗੀ। ਅਕਾਲੀ ਦਲ ਨੇ ਜਿਹੜਾ ਪ੍ਰੋਟੈਸਟ ਕੀਤਾ ਉਹਦੇ 'ਤੇ ਵਿਚਾਰ ਵਟਾਂਦਰਾ ਹੋਏਗਾ ਅੰਦਰੂਨੀ ਤੌਰ 'ਤੇ। ਆਉਂਦੇ ਸਮੇਂ 'ਚ ਪੋਲੀਟੀਕਲ ਪਾਰਟੀਆਂ ਦੇ ਸਬੰਧ ਦੇ ਵਿੱਚ ਮੀਟਿੰਗ ਹੋਏਗੀ ਵੀ ਪੋਲੀਟੀਕਲ ਪਾਰਟੀਆਂ ਦਾ ਦਬਾਅ ਕਿੰਨਾ ਕੁ ਕੰਮ ਕਰ ਰਿਹਾ, ਕਿੰਨਾ ਕੁ ਨਹੀਂ। ਕੇਂਦਰ ਸਰਕਾਰ ਕੀ ਸਾਨੂੰ ਗੱਲਬਾਤ ਲਈ ਸੱਦੂ, ਮਸਲਾ ਨਿਬੜੂ ਜਾਂ ਨਹੀਂ। ਇਸ ਤਰੀਕੇ ਦੇ ਵਿਚਾਰ ਵਟਾਂਦਰੇ ਹੋਣਗੇ। ਫਿਰ 27 ਦੇ ਭਾਰਤ ਬੰਦ ਨੂੰ ਲੈ ਕੇ ਕਿਵੇਂ ਡਿਊਟੀਆਂ ਲਾਉਣੀਆਂ, ਕਿਵੇਂ ਸ਼ਾਂਤੀਪੂਰਵਕ ਬੰਦ ਹੋਵੇ, ਇਹ ਸਾਰੇ ਵਿਸ਼ੇ ਨੇ ਜਿਹੜੇ ਇਹਨਾਂ ਪੰਚਾਇਤਾਂ ਦੇ ਵਿੱਚ ਵਿਚਾਰੇ ਜਾਣੇ ਨੇ। ਕੋਈ ਨਾ ਕੋਈ ਨਵੀਂ ਪੋਲੀਟੀਕਲ ਗੱਲ ਵੀ ਜਿਹੜੇ ਕਿਸਾਨ ਨੇ, ਕੋਈ ਨਵਾਂ ਪੋਲੀਟੀਕਲ ਸੁਨੇਹਾ ਵੀ ਕਿਸਾਨ ਨੇ ਜਿਹੜੇ
ਉਹ ਦੇ ਸਕਦੇ ਨੇ ਆਉਂਦੇ ਸਮੇਂ ਦੇ ਵਿੱਚ। ਸੋ ਇਹ ਅਹਿਮੀਅਤ 19 ਸਤੰਬਰ ਵਾਲੀ ਮਹਾ ਪੰਚਾਇਤ ਦੀ ਬਹੁਤ ਜ਼ਿਆਦਾ ਰਹੂਗੀ ਔਰ ਗਗਨ ਜੀ ਨਜ਼ਰ ਬਣਾ ਕੇ ਰੱਖਾਂਗੇ। ਬਿਲਕੁਲ। ਸੋ 19 ਸਤੰਬਰ ਦੀ ਪ੍ਰੈਸ ਕਾਨਫਰੰਸ ਵੀ 19 ਸਤੰਬਰ ਨੂੰ ਲੈ ਕੇ ਜਿਹੜੀ ਕੀਤੀ ਗਈ ਹੈ ਕਿਸਾਨ ਆਗੂਆਂ ਅਤੇ ਫਿਲਮੀ ਅਦਾਕਾਰਾ ਸੋਨੀਆ ਮਾਨ ਦੇ ਵੱਲੋਂ, ਉਸ ਦੇ ਵਿੱਚ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਵੇਖੋ ਜਥੇਬੰਦੀਆਂ ਸਾਰੀਆਂ ਮੋਰਚੇ ਨੂੰ ਮਜ਼ਬੂਤ ਕਰ ਰਹੀਆਂ ਨੇ ਮੋਰਚਿਆਂ ਦੇ ਉੱਤੇ, ਬਟ ਇੱਥੇ ਲੋਕਲ ਮੋਹਾਲੀ ਦੇ ਜਿਹੜੇ ਮੋਰਚੇ ਨੇ ਉਹ ਇੱਥੇ ਸਾਰੇ ਲੋਕਾਂ ਨੂੰ ਮਜ਼ਬੂਤ ਕਰਦੇ ਨੇ। ਜਦੋਂ ਅਸੀਂ ਦੇਖਦੇ ਹਾਂ ਮੋਹਾਲੀ ਦੇ ਮੋਰਚਿਆਂ ਦੇ ਉੱਤੇ ਜਾ ਕੇ ਕਿ ਜਿਹੜੇ ਗੋਲ ਚੱਕਰਾਂ ਦੇ ਉੱਤੇ ਜਾ ਕੇ ਦੇਖਦੇ ਹਾਂ, ਉੱਥੇ ਝੰਡੇ ਲੈ ਕੇ ਸਾਰੇ ਬਜ਼ੁਰਗ ਵੀ ਖਲੋਤੇ ਹੁੰਦੇ, ਮਾਵਾਂ ਵੀ ਖਲੋਤੀਆਂ ਹੁੰਦੀਆਂ ਨੇ। ਇਹਨਾਂ ਨੇ 3B2 ਮਾਰਕੀਟ ਦੇ ਵਿੱਚ ਆਪਣਾ ਮੋਰਚਾ ਲਾਇਆ, ਇਹਨਾਂ ਨੇ ਮੈਡੀਕਲ ਸੇਵਾ ਇੰਨੀ ਭੇਜੀ ਹੈ। ਸੋ ਇਹ ਖਾਸ ਮਸਲੇ ਸੀ ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਹੈ। ਸੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਫਿਲਹਾਲ ਤੇ ਹੁਣ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ ਗਗਨ ਜੀ।